ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੁਝ ਸਮਾਂ ਪਹਿਲੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਹੁਕਮ ਜਿਹੜੇ ਨੇ ਉਹਨਾਂ ਦੇ ਉੱਤੇ ਇੱਕ ਲੜੀਵਾਰ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਸੀਗੀ, ਜਿਹਦਾ ਮਕਸਦ ਇਹ ਸੀਗਾ ਕਿ ਅਸੀਂ ਇਹ ਦੇਖ ਸਕੀਏ ਕਿ ਗੁਰੂ ਸਾਹਿਬ ਦੇ 52 ਹੁਕਮ ਜਿਹੜੇ ਨੇ ਉਹ ਕੀ ਨੇ। ਔਰ ਉਸ ਦੇ ਵਿੱਚ ਅਸੀਂ ਕੁਝ ਹੁਕਮ ਜਿਹੜੇ ਨੇ ਪਹਿਲੇ ਉਹਨਾਂ ਨੂੰ ਅਸੀਂ ਕਵਰ ਵੀ ਕੀਤਾ ਹੈ। ਸੋ ਅੱਜ ਉਸੇ ਲੜੀ ਨੂੰ ਅਸੀਂ ਅੱਗੇ ਚਲਾਉਂਦੇ ਹਾਂ। ਵਾਹਿਗੁਰੂ ਸਾਡੇ ਸਭ ਤੇ ਆਪਣੀ ਮਿਹਰ ਕਰੇ। ਆਓ ਸ਼ੁਰੂ ਕਰਨ ਤੋਂ ਪਹਿਲੇ ਗੁਰੂ ਸਾਹਿਬ ਦੇ ਅੱਗੇ ਅਰਜ਼ੋਈ ਕਰੀਏ, ਹੱਥ ਜੋੜ ਕੇ ਬੰਦਨਾ ਕਰੀਏ ਕਿ ਸਾਡਾ ਮਾਰਗਦਰਸ਼ਨ ਕਰਨ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਮਿਹਰ ਕਰ, ਸਾਡਾ ਮਾਰਗਦਰਸ਼ਨ ਕਰ, ਸਾਡਾ ਗਿਆਨ, ਸਾਡੀ ਨੌਲੇਜ, ਸਾਡੀ ਅੰਡਰਸਟੈਂਡਿੰਗ ਤੇਰੀ ਮਹਿਮਾ ਦੇ ਸਾਹਮਣੇ ਕੁਝ ਵੀ ਨਹੀਂ ਹੈ। ਅਸੀਂ ਇਸ ਇੱਕ ਜੀਵਨ ਦੇ ਵਿੱਚ ਉਸ ਦਾ ਥੋੜ੍ਹਾ ਬਹੁਤਾ ਵੀ ਤਿਲ ਮਾਤਰ ਉਸ ਨੂੰ ਸਮਝ ਸਕੀਏ ਤੇ ਇਹ ਸਾਡੇ ਉੱਤੇ ਉਸ ਪਰਮਾਤਮਾ ਦੀ ਬੜੀ ਵੱਡੀ ਬਖਸ਼ਿਸ਼ ਹੋਏਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਪਹਿਲੇ ਵੀ ਬਹੁਤ ਪ੍ਰੈਜੈਂਟੇਸ਼ਨਸ ਹੋਈਆਂ ਨੇ, ਵਿਚਾਰ ਹੋਏ ਨੇ, ਔਰ ਉਸ ਦੇ ਵਿੱਚ ਅਸੀਂ ਇਹ ਦੇਖਿਆ ਹੈ ਕਿ ਕਿਸ ਤਰ੍ਹਾਂ ਉਹ ਇੱਕ ਮਹਾਨ ਸੇਂਟ, ਸੋਲਜਰ ਔਰ ਸਕਾਲਰ ਹੋਏ ਨੇ, ਜਿਨ੍ਹਾਂ ਨੇ ਸਾਡੀ ਝੋਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਇਕੱਤਰ ਕਰਕੇ ਉਸ ਦੀ ਕੰਪਾਈਲਡ ਫਾਈਨਲ ਵਰਸ਼ਨ ਜਿਹੜੀ ਹੈ ਉਹ ਸਾਨੂੰ ਦਿੱਤੀ ਹੈ। ਔਰ ਉਹਨਾਂ ਨੇ ਇੱਕ ਯੂਨੀਕ ਪੰਥ ਚਲਾਇਆ ਜਿਸ ਦੇ ਵਿੱਚ ਕਿ ਉਹਨਾਂ ਨੇ ਖਾਲਸਾ ਬ੍ਰਦਰਹੁੱਡ ਜਿਹੜੀ ਹੈ, ਇੱਕ ਪੰਥ ਜਿਹੜਾ ਹੈ ਉਸ ਨੂੰ ਚਲਾਇਆ, ਜਿਸ ਦੇ ਵਿੱਚ ਕਿ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਜਿਹੜੀ ਹੈ ਆਪਣੇ ਸਿੱਖਾਂ ਨੂੰ ਦਿੱਤੀ ਔਰ ਫਿਰ ਉਹਨਾਂ ਦੇ ਕੋਲੋਂ ਆਪ ਉਹ ਪੌਲ ਜਿਹੜੀ ਹੈ ਉਹ ਛਕੀ। ਅਕਸਰ ਅਸੀਂ ਵਰਡ ਯੂਜ਼ ਕਰਦੇ ਹਾਂ ਬੈਪਟਿਜ਼ਮ, ਵਿਚ ਇਜ਼ ਨਾਟ ਕਰੈਕਟ। ਇਨੀਸ਼ੀਏਸ਼ਨ ਇਜ਼ ਦਾ ਰਾਈਟ ਵਰਡ। ਇਹ ਉਸ ਰਸਤੇ ਦੇ ਉੱਤੇ ਚੱਲਣ ਦੀ ਇੱਕ ਸ਼ੁਰੂਆਤ ਹੈ। ਔਰ ਫਿਰ ਗੁਰੂ ਸਾਹਿਬ ਨੇ ਆਪਣੀਆਂ ਕਈ ਕੰਪਾਈਲੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਕੰਪਾਈਲ ਕੀਤਾ, ਉਹਨਾਂ ਨੂੰ ਲਿਖਿਆ, ਜਿਨ੍ਹਾਂ ਵਿੱਚੋਂ ਕੁਝ ਜਿਹੜੀਆਂ ਨੇ ਉਹ ਸਾਡੇ ਪਾਸ ਮੌਜੂਦ ਨੇ। ਜਿਸ ਵੇਲੇ ਗੁਰੂ ਸਾਹਿਬ ਜਿਹੜੇ ਸਨ ਉਹ ਜੰਗਾਂ ਦੇ ਵਿੱਚ ਮੂਵ ਅਰਾਊਂਡ ਕੀਤੇ ਨੇ, ਉਸ ਵੇਲੇ ਕਈ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਸਨ ਉਹ ਮਿਸਪਲੇਸ ਹੋ ਗਈਆਂ ਸਨ, ਪਰ ਜੋ ਵੀ ਕਿਤੋਂ ਕਿਤੋਂ ਇਕੱਠੇ ਹੋ ਕੇ ਕੰਪਾਈਲ ਕੀਤੀ ਗਈ ਹੈ ਭਾਈ ਨੰਦ ਲਾਲ ਜੀ ਦੇ ਥਰੂ, ਭਾਈ ਦੇਸਾ ਸਿੰਘ ਜੀ ਦੇ ਥਰੂ, ਜਾਂ ਹੋਰ ਕਿਸੇ ਵੀ ਸਕਾਲਰਸ ਦੇ ਥਰੂ, ਉਹ ਜਿਹੜਾ ਹੈ ਉਹ ਸਾਡੇ ਪਾਸ ਅੱਜ ਦਸਮ ਗ੍ਰੰਥ ਦੇ ਰੂਪ ਦੇ ਵਿੱਚ ਹੈ। ਗੁਰੂ ਸਾਹਿਬ ਦੀਆਂ ਜਿਹੜੀਆਂ ਕੰਪਾਈਲੇਸ਼ਨਸ ਨੇ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਦੀ ਜਿਹੜੀ ਹੈ ਉਹ 52 ਹੁਕਮ ਜਿਹੜੇ ਨੇ, ਇੱਕ ਸੈਟ ਆਫ ਇੰਸਟਰਕਸ਼ਨਸ ਨੇ ਜੋ ਗੁਰੂ ਸਾਹਿਬ ਨੇ ਦਿੱਤੇ। ਔਰ ਇਹ ਨੰਦੇੜ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਮੰਨਿਆ ਜਾਂਦਾ ਵੀ 1708 ਦੇ ਆਸ-ਪਾਸ ਉਹਨਾਂ ਨੇ ਦਿੱਤਾ। ਆਪਾਂ ਇਸ ਬਾਰੇ ਵਿਚਾਰ ਕੀਤਾ, ਉੱਥੇ ਲਿਖੇ ਵੀ ਹੋਏ ਨੇ ਔਰ ਡਿਫਰੈਂਟ ਥਾਵਾਂ ਦੇ ਉੱਤੇ ਅਸੀਂ ਇਹਨਾਂ ਬਾਰੇ ਪੜ੍ਹਦੇ ਵੀ ਹਾਂ। ਅਸੀਂ ਇਹ ਵੀ ਵਿਚਾਰ ਕੀਤਾ ਵੀ ਇਹ ਮੋਸਟਲੀ ਇੱਕ ਡਿਸਕਸ਼ਨ ਸੀ ਜੋ ਭਾਈ ਨੰਦ ਲਾਲ ਜੀ ਔਰ ਗੁਰੂ ਸਾਹਿਬ ਦੇ ਵਿਚਕਾਰ ਹੋਈ, ਔਰ ਉਸ ਨੂੰ ਭਾਈ ਦੇਸਾ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਰਿਕਾਰਡ ਕੀਤਾ। ਭਾਈ ਮਨੀ ਸਿੰਘ ਜੀ ਦੇ ਜਿਹੜੇ ਸਭ ਤੋਂ ਛੋਟੇ ਬੇਟੇ ਸਨ। ਸੋ ਇੱਕ ਹਿਸਟੋਰੀਕਲ ਫੈਕਟਸ ਨੇ, ਆਪਾਂ ਉਸ ਦੇ ਵਿੱਚ ਬਹੁਤਾ ਨਾ ਜਾਈਏ। ਪਹਿਲੇ ਆਪਾਂ ਨੂੰ ਡਿਸਕਸ ਵੀ ਕੀਤਾ ਹੈ। ਆਪਾਂ ਇਹ ਦੇਖੀਏ ਕਿ ਹੁਕਮ ਕੀ ਚੀਜ਼ ਹੈ, ਔਰ ਕੋਈ ਵੀ ਹੁਕਮ ਜਿਹੜਾ ਹੈ ਉਹ ਸਾਨੂੰ ਫੋਲੋ ਕਰਨ ਦੀ ਕੀ ਜ਼ਰੂਰਤ ਹੈ। ਸਾਡੇ ਵਾਸਤੇ ਹੁਕਮ ਜਿਹੜੇ ਨੇ ਉਹ ਕਿਉਂ ਜ਼ਰੂਰੀ ਨੇ, ਔਰ ਗੁਰੂ ਸਾਹਿਬ ਨੇ ਉਹ ਸਾਨੂੰ ਹੁਕਮ ਜਿਹੜੇ ਨੇ ਉਹ ਦਿੱਤੇ ਕਿਉਂ ਨੇ ਫਸਟ ਆਫ ਆਲ। ਸੋ ਉਸ ਵਾਸਤੇ ਆਪਾਂ ਪਹਿਲੇ ਵੀ ਵਿਚਾਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਹੁਤ ਹੀ ਇੱਕ ਅੱਛੇ ਢੰਗ ਦੇ ਨਾਲ ਹੁਕਮ ਜਿਹੜਾ ਹੈ ਉਸ ਨੂੰ ਡਿਫਾਈਨ ਕੀਤਾ ਹੈ। ਦੇयर ਕੈਨ ਬੀ ਹੰਡਰਡਸ ਆਫ ਡੈਫੀਨੇਸ਼ਨਸ ਆਫ ਹੁਕਮ, ਪਰ ਇੱਕ ਸਭ ਤੋਂ ਸਰਲ ਜਿਹੜੀ ਹੈ ਉਸ ਨੂੰ ਸਮਝਣ ਦਾ ਤਰੀਕਾ ਉਹ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਬਾਣੀ ਸਾਨੂੰ ਦਿੱਤੀ ਹੈ ਉਸ ਦੇ ਵਿੱਚ ਜਿਹੜੇ ਸ਼ਬਦ ਉਹਨਾਂ ਨੇ ਦਰਜ ਕੀਤੇ ਨੇ ਉਹ ਉੱਥੋਂ ਸਾਨੂੰ ਮਿਲਦੀ ਹੈ ਕਿ ਇਹ ਉਸ ਪਰਮਾਤਮਾ ਦੀ, ਅਕਾਲ ਪੁਰਖ ਦੀ ਇੱਕ ਡਿਸਿਪਲਿਨ ਹੈ
ਜਿਸ ਡਿਸਪਲਿਨ ਦੇ ਵਿੱਚ ਸਭ ਕੁਝ ਬਣ ਰਿਹਾ ਹੈ, ਜਿਸ ਦੇ ਵਿੱਚ ਸਭ ਕੁਝ ਹੋ ਰਿਹਾ ਹੈ, ਜਿਸ ਡਿਸਪਲਿਨ ਦੇ ਅੰਡਰ ਇਸ ਦੁਨੀਆ ਦੇ ਉੱਤੇ ਹੋਰ ਯੂਨੀਵਰਸ ਦੇ ਵਿੱਚ ਕ੍ਰੀਏਸ਼ਨ ਹੋ ਰਹੀ ਹੈ, ਡਿਸਟਰਕਸ਼ਨ ਹੋ ਰਹੀ ਹੈ। ਜਿਹੜੀ ਕ੍ਰੀਏਸ਼ਨ ਹੋ ਰਹੀ ਹੈ ਉਸ ਦੇ ਵਿੱਚ ਕੋਈ ਜੀ ਜੰਤ ਹੋ ਰਹੇ ਨੇ, ਉਹ ਡਿਫਰੈਂਟ ਲਾਈਫ ਫਾਰਮਸ ਦੇ ਵਿੱਚ ਉਹਨਾਂ ਦਾ ਜਨਮ ਹੋ ਰਿਹਾ ਹੈ। ਠੀਕ ਹੈ, ਕੋਈ ਇਨਸਾਨ ਦਾ ਉਸ ਨੂੰ ਰੂਪ ਮਿਲ ਰਿਹਾ ਹੈ, ਕੋਈ ਜਾਨਵਰ ਹੈ, ਕੋਈ ਪਲਾਂਟ ਹੈ, ਕੋਈ ਬਰਡ ਹੈ, ਕਿਸੇ ਨੂੰ ਨੀਚਾ ਹੈ, ਕੋਈ ਉੱਚਾ ਹੈ। ਇਹ ਸਭ ਉਸ ਦੇ ਹੁਕਮ ਦੇ ਅੰਦਰ ਹੋ ਰਿਹਾ ਜਿਸ ਨੂੰ ਕਿ ਗੁਰੂ ਸਾਹਿਬ ਨੇ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਹੁਕਮ, ਇਸ ਡਿਸਪਲਿਨ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ, ਇਸ ਤੋਂ ਬਾਹਰ ਕੁਝ ਨਹੀਂ ਹੈ। ਔਰ ਜੋ ਇਨਸਾਨ ਇਸ ਹੁਕਮ ਨੂੰ ਪਛਾਣਦਾ ਹੈ, ਇਸ ਨੂੰ ਸਮਝਦਾ ਹੈ, ਉਹ ਇਨਸਾਨ ਜਿਹੜਾ ਹੈ ਉਹ ਉਸ ਪਰਮਾਤਮਾ ਦੀ ਜਿਹੜੀ ਰਚਨਾ ਹੈ, ਉਸ ਦੀ ਜਿਹੜੀ ਕ੍ਰੀਏਸ਼ਨ ਹੈ, ਉਸ ਨੂੰ ਸਮਝ ਪਾਉਂਦਾ ਹੈ। ਸੋ ਇਹ ਸਾਨੂੰ ਹੈਲਪ ਕਰਦੀ ਹੈ ਗੱਲ ਅੰਡਰਸਟੈਂਡ ਕਰਨਾ ਕਿ ਜਿਹੜੇ ਗੁਰੂ ਸਾਹਿਬ ਦੇ ਅਸੀਂ 52 ਹੁਕਮ ਦੀ ਗੱਲ ਕਰ ਰਹੇ ਹਾਂ, ਵੀ ਉਸ ਦੇ ਵਿੱਚ ਬੇਸਿਕਲੀ ਹੁਕਮ ਵਰਡ ਜਿਹੜਾ ਹੈ ਉਹ ਇੱਕ ਜਿਹੜਾ ਇੰਸਟਰਕਸ਼ਨ ਹੈ, ਡਿਸਪਲਿਨ ਹੈ, ਉਸ ਦਾ ਮਤਲਬ ਕੀ ਹੈ। ਹੁਣ ਉਸੇ ਲੜੀ ਨੂੰ ਅੱਗੇ ਚਲਾਉਂਦਿਆਂ ਹੋਇਆ ਗੁਰੂ ਸਾਹਿਬ ਦਾ ਜਿਹੜਾ 7ਵਾਂ ਹੁਕਮ ਹੈ ਉਹ ਕਈ ਥਾਵਾਂ ਦੇ ਉੱਤੇ 6ਵਾਂ ਵੀ ਹੈ, ਅੱਗੇ ਪਿੱਛੇ ਉਸ ਨੂੰ ਲਿਖਿਆ ਹੋਇਆ, ਪਰ ਜਿਹੜਾ ਨੈਕਸਟ ਇਨ ਲਾਈਨ ਹੈ ਉਹ ਹੈ ਕਿ ਗੁਰਸਿੱਖ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ ਜਾਂ ਸਿੱਖਣੇ। ਇੱਕ ਲਰਨਡ ਸਕਾਲਰਸ ਦੇ ਕੋਲੋਂ ਗੁਰਬਾਣੀ ਦੇ ਜਿਹੜੇ ਮੀਨਿੰਗਸ ਨੇ ਉਹਨਾਂ ਨੂੰ ਸਮਝਣਾ ਜਾਂ ਸਿੱਖਣਾ। ਹੁਣ ਇਹ ਕਿਉਂ ਜ਼ਰੂਰੀ ਹੈ ਔਰ ਇਸ ਚੀਜ਼ ਦਾ ਕੀ ਮਤਲਬ ਹੈ, ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪਹਿਲੀ ਗੱਲ ਤਾਂ ਇਹ ਵੀ ਗੁਰਸਿੱਖ ਕੌਣ ਹੈ, ਇੱਕ ਲਰਨਡ ਸਕਾਲਰ ਕੌਣ ਹੈ, ਦੂਸਰਾ ਗੁਰਬਾਣੀ ਕੀ ਹੈ ਔਰ ਉਸ ਦੇ ਜਿਹੜੇ ਅਰਥ ਨੇ ਉਹ ਕੀ ਨੇ, ਅਰਥ ਕੀ ਨੇ ਔਰ ਕਿਉਂ ਜ਼ਰੂਰੀ ਨੇ ਅਰਥ ਸਮਝਣੇ, ਦੋਨੋਂ ਗੱਲਾਂ। ਇਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਸਿੱਖਣੇ ਜਿਹੜੇ ਨੇ ਉਹ ਜ਼ਰੂਰੀ ਕਿਉਂ ਨੇ। ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਚੈਟ ਬਾਕਸ ਦੇ ਵਿੱਚ ਇਹ ਜਿਹੜਾ ਸ਼ਬਦ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ, ਇਸ ਸ਼ਬਦ ਦੀ ਜੋ ਤੁਹਾਡੀ ਇੰਟਰਪ੍ਰੀਟੇਸ਼ਨ ਹੈ, ਜੋ ਤੁਹਾਨੂੰ ਇਸ ਦਾ ਮਤਲਬ ਜਿਹੜਾ ਹੈ ਉਹ ਸਮਝ ਆਉਂਦਾ ਹੈ, ਉਹ ਤੁਸੀਂ ਕਾਈਂਡਲੀ ਇਸ ਨੂੰ ਚੈਟ ਬਾਕਸ ਦੇ ਵਿੱਚ ਅਗਰ ਟਾਈਪ ਕਰ ਸਕੋ। ਜੇ ਕੋਈ ਅਨਮਿਊਟ ਕਰਕੇ ਵੈਸੇ ਬੋਲਣਾ ਚਾਹੁੰਦਾ ਹੈ ਤੇ ਉਹ ਵੀ ਇਕੁਅਲੀ ਗੁੱਡ ਹੈ, ਜਿਸ ਤਰ੍ਹਾਂ ਤੁਹਾਨੂੰ ਕਨਵੀਨੀਅੰਟ ਲੱਗਦਾ। ਇਹ ਜਿਹੜੀ ਤੁਕ ਹੈ, ਇਸ ਤੁਕ ਦੇ ਕੀ ਮਤਲਬ ਹੈ ਤੁਹਾਡੇ ਹਿਸਾਬ ਦੇ ਨਾਲ, ਤੁਹਾਨੂੰ ਕੀ ਲੱਗਦਾ? ਐਂਡ ਆਈ ਵਿਲ ਜਸਟ ਯੂਜ਼ ਦਿਸ ਐਜ਼ ਐਨ ਐਗਜ਼ਾਮਪਲ ਟੂ ਇਲਸਟ੍ਰੇਟ ਮਾਈ ਪੁਆਇੰਟ। ਇਹ ਗੁਰੂ ਨਾਨਕ ਦੇਵ ਜੀ ਦੇ ਰਾਮਕਲੀ ਰਾਗ ਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਬਾਣੀ ਹੈ ਦੱਖਣੀ ਓਂਕਾਰ, ਉਸ ਦੇ ਵਿੱਚੋਂ ਇਹ ਤੁਕ ਜਿਹੜੀ ਹੈ ਇਹ ਅਕਸਰ ਅਸੀਂ ਪੜ੍ਹਦੇ ਹਾਂ। ਸੋ ਮੈਂ ਬੇਨਤੀ ਕਰਾਂਗਾ ਕਿ ਅਗਰ ਸੰਗਤ ਜਿਹੜੀ ਹੈ ਉਹ ਇਸ ਤੁਕ ਦਾ ਜਿਹੜਾ ਮਤਲਬ ਹੈ ਉਹ ਚੈਟ ਬਾਕਸ ਦੇ ਵਿੱਚ ਟਾਈਪ ਕਰ ਸਕੇ, ਜਾਂ ਜੇ ਕੋਈ ਵੈਸੇ ਅਨਮਿਊਟ ਕਰਕੇ ਬੋਲਣਾ ਚਾਹੁੰਦਾ ਹੈ ਤੇ ਆਪਾਂ ਵੀ ਵਿਲ ਟੇਕ 10 seconds 20 seconds and I'll just use this as an example to illustrate the point ਕਿ ਇੱਕ ਸੂਝਵਾਨ ਵਿਅਕਤੀ ਤੋਂ, ਇੱਕ ਲਰਨਡ ਸਕਾਲਰ ਤੋਂ ਗੁਰਬਾਣੀ ਦੇ ਪ੍ਰੋਪਰ ਅਰਥ ਜਿਹੜੇ ਨੇ ਉਹ ਸਿੱਖਣੇ ਸਾਡੇ ਵਾਸਤੇ ਜ਼ਰੂਰੀ ਕਿਉਂ ਨੇ। ਗੁਰੂ ਸਾਹਿਬ ਦਾ ਸ਼ਬਦ ਹੈ, ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਜੀ ਵੀਰ ਜੀ, ਮੈਂ ਤੁਸ਼ ਬੁੱਧੀ ਨਾਲ ਦੱਸਣਾ ਚਾਹੂੰਗੀ। ਬਿਲਕੁਲ ਬਿਲਕੁਲ, ਪਲੀਜ਼। ਹਾਂਜੀ, ਕਿ ਜੋ ਪਰਮਾਤਮਾ ਦੀ ਅਵਸਥਾ ਨਾ, ਉਹਨੂੰ ਪਰਮਾਤਮਾ ਹੀ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਹੈ। ਠੀਕ ਹੈ ਜੀ, ਠੀਕ ਹੈ। ਹਾਂਜੀ ਮਿਸ ਕਟਿਆਲ, ਤੁਸੀਂ ਕੁਝ ਕਹਿਣ ਲੱਗੇ ਸੀਗੇ। ਮਤਲਬ ਅਕਾਲ ਪੁਰਖ ਕਰਤਾ, ਮਤਲਬ ਕ੍ਰੀਏਟਰ ਜਿਹੜਾ ਹੈ ਉਹ ਜੋ ਵੀ ਕ੍ਰੀਏਟ ਕਰ ਰਿਹਾ ਉਹ ਹੀ ਜਾਣਦਾ ਹੈ। ਜੋ ਮੈਂ ਕਰਤੇ ਕੀ ਮਿਤ ਕਰਤਾ ਜਾਣੇ, ਜੋ ਕ੍ਰੀਏਟਰ ਜੋ ਵੀ ਕ੍ਰੀਏਟ ਕਰ ਰਿਹਾ ਉਹ ਉਹਨੂੰ ਹੀ ਪਤਾ ਹੈ। ਤੇ ਜਾਂ ਜਿਹੜਾ ਉਸ ਗੁਰੂ ਨੂੰ ਸਮਝਣ ਵਾਲਾ ਹੈਗਾ ਹੈ, ਗੁਰਸੂਰਾ ਜਿਹੜਾ ਬਿਲਕੁਲ ਠੀਕ ਹੈ ਜੀ, ਭਾਰਤ ਹੈ, ਤੇ ਜਾਂ ਉਹਨੂੰ ਪਤਾ ਹੈ ਤੇ ਜਾਂ ਕ੍ਰੀਏਟਰ ਨੂੰ ਪਤਾ ਹੈ ਕਿ ਉਹ ਕੀ ਕ੍ਰੀਏਟ ਕਰ ਰਿਹਾ। ਠੀਕ ਹੈ ਜੀ, ਬਹੁਤ ਧੰਨਵਾਦ ਵੀਰ ਜੀ। ਪਹਿਲੇ ਅਨੁਰੀਤ ਨੇ ਹੱਥ ਖੜਾ ਕੀਤਾ, ਪਹਿਲੀ ਵਾਰੀ ਹੋ ਰਹੀ ਹੈ। ਹਾਂਜੀ ਬੱਚੇ, ਗੋ ਅहेड। ਸਾਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਨਹੀਂ, ਹੁਣ ਮੇਰੀ ਆਵਾਜ਼ ਆ ਰਹੀ ਹੈ? ਹੁਣ ਆ ਰਹੀ ਹੈ, ਗੋ ਅहेड। ਸੋ ਜਿਹੜੇ ਮੈਂ ਵਰਡ
ਬੋਲਣ ਲੱਗੀ ਆ ਮੇਰੇ ਨਹੀਂ ਹੈਗੇ ਆ, ਮੈਂ ਸਰਚ ਕਰਕੇ ਤੁਹਾਨੂੰ ਦੱਸਦੀ ਹਾਂ। ਕੋਈ ਬਟ ਗੱਲ ਜੋ ਨਹੀਂ। ਮੈਂ ਸਮਝਿਆ ਕਿ ਜਿਹੜਾ okay, I can't find it now. So. I can. ਚੱਲ ਕੋਈ ਗੱਲ ਨਹੀਂ, ਤੂੰ ਆਰਾਮ ਨਾਲ ਲੱਭ ਲੈ, ਅਸੀਂ ਉਹਨਾਂ ਚਿਰ ਜਗਬੀਰ ਵੀਰ ਜੀ ਨੂੰ, ਜਗਬੀਰ ਵੀਰ ਜੀ ਤੁਸੀਂ ਅਨਮਿਊਟ ਕਰ ਲਓ ਜੀ ਪਲੀਜ਼। करते की मित करता जाने, करता जो वो परमात्मा परमेश्वर जो उस सृष्टि ਨੂੰ ਸਾਜਣ ਵਾਲਾ ਹੈ। ਕਰਤੇ ਕੀ ਮਿਤ ਕਰਤਾ ਜਾਣੇ, ਜੋ ਉਹ ਕਰ ਰਿਹਾ ਹੈ, ਜੋ ਕਾਰ ਚੱਲ ਰਿਹਾ ਹੈ, ਜਿਸ ਤਰ੍ਹਾਂ ਵੀ ਮਤਲਬ ਸੰਦਰਭ 'ਚ ਜੋ ਕੁਝ ਚੱਲ ਰਿਹਾ ਆ ਦੁਨੀਆ ਦੇ ਉੱਤੇ, ਜਾਂ ਤਾਂ ਉਹ ਜਾਣਦਾ ਹੈ ਕੈ ਜਾਣੈ ਗੁਰਸੂਰਾ, ਤੇ ਜਾਂ ਫਿਰ ਉਹੀ ਜਾਣਦਾ ਆ ਜਿਹਦੀ ਅਵਸਥਾ ਇੰਨੀ ਉੱਚੀ ਹੋ ਚੁੱਕੀ ਆ, ਉਹਦੀ ਰਮਜ ਨੂੰ ਉਹ ਸਮਝ ਰਿਹਾ ਆ, ਜਾਂ ਉਹ ਪ੍ਰਮਾਤਮਾ ਜਾਣਦਾ ਆ ਤੇ ਜਾਂ ਉਸਦੀ ਰਮਜ ਨੂੰ ਸਮਝਣ ਵਾਲਾ ਪੂਰਾ ਜਾਣਦਾ ਹੈ, ਗੁਰਸੂਰਾ ਹੀ ਜਾਣਦਾ। ਬਿਲਕੁਲ ਠੀਕ ਹੈ ਜੀ, ਤੁਹਾਡੀ ਸਾਰਿਆਂ ਦੀ ਬਹੁਤ ਧੰਨਵਾਦ। ਅਨੁਰੀਤ, ਡੂ ਯੂ ਵਾਂਟ ਟੂ ਐਡ ਐਨੀਥਿੰਗ ਕਹਿ ਦਾ ਮਤਲਬ ਕਿ ਸ਼ੁਡ ਵੀ ਕੰਟੀਨਿਊ? ਸੋ ਮੈਂ ਜਿਹੜਾ ਲੱਭਿਆ ਸੀ ਉਹ ਸੀਗਾ ਕਿ ਜਿਹੜਾ ਕ੍ਰੀਏਟਰ ਹੈ ਉਹ ਆਪ ਦਾ ਜਿਹੜਾ ਕਰਤਾ ਹੈਗਾ ਉਹੀ ਆਪ ਜਾਣ ਸਕਦਾ, ਤੇ ਜਿਹੜਾ ਗੁਰੂ ਹੈ ਉਹ ਵੀ ਉਹਨਾਂ ਨੂੰ ਪੂਰਾ ਆਪ ਹੀ ਜਾਣ ਸਕਦਾ, ਕ੍ਰੀਏਟਰ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਮੈਂ ਸ਼ਬਦ ਪੜ੍ਹਿਆ, ਔਰ ਇਹ ਜਿਹੜਾ ਸ਼ਬਦ ਹੈ ਨਾ, ਇਸ ਨੂੰ ਐਜ਼ ਐਨ ਐਗਜ਼ਾਮਪਲ ਤੁਸੀਂ ਅਕਸਰ ਦੇਖੋਗੇ ਕਿ ਕਥਾਵਾਚਕ ਜਿਹੜੇ ਨੇ ਉਹ ਯੂਜ਼ ਕਰਦੇ ਨੇ। YouTube ਤੇ ਵੀ ਤੁਹਾਨੂੰ ਇਸ ਦੇ ਵੀਡੀਓਜ਼ ਨਜ਼ਰ ਆਉਣਗੇ ਐਜ਼ ਐਨ ਐਗਜ਼ਾਮਪਲ, ਕਿ ਕਈ ਵਾਰ ਅਸੀਂ ਕਿੱਥੇ ਗਲਤੀ ਕਰ ਜਾਂਦੇ ਹਾਂ। ਚੈਟ ਬਾਕਸ 'ਚ ਵੀ ਜਿਨ੍ਹਾਂ ਨੇ ਮੈਸੇਜ ਆਪਣੇ ਪਾਏ, ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ। ਅਸੀਂ ਸਭ ਰਲ ਮਿਲ ਕੇ ਇੱਕ ਚੀਜ਼ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੇ ਵਿੱਚ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ, ਕਿਉਂ ਇਹਨੂੰ ਮੈਂ ਲਿੱਤਾ, ਕਿ ਇੱਕ ਨਿੱਕੇ ਜਿਹੇ ਬੋਲਣ ਦੇ ਵਿੱਚ ਜਾਂ ਲਿਖਣ ਦੇ ਵਿੱਚ ਹੇਰ ਫੇਰ ਦੇ ਨਾਲ ਉਸ ਸ਼ਬਦ ਦਾ ਸਾਰਾ ਮਤਲਬ ਜਿਹੜਾ ਹੈ ਉਹ ਬਦਲ ਜਾਂਦਾ ਹੈ। ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਜਿਹੜਾ ਹੁਣ ਇਹ ਵਰਡ ਹੈ, ਇਸ ਨੂੰ ਤੁਸੀਂ ਸਭ ਸੂਝਵਾਨ ਹੋ, ਤੁਸੀਂ ਸਭ ਨੇ ਵਰਡ ਯੂਜ਼ ਕੀਤਾ ਜਾਂ ਔਰ, ਠੀਕ ਹੈ। ਕ੍ਰੀਏਟਰ ਆਪ ਜਾਣਦਾ ਹੈ, ਜਾਂ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਉਹ ਬੰਦਾ, ਉਹ ਗੁਰੂ, ਬੰਦਾ, ਇਨਸਾਨ, ਜੋ ਵੀ ਤੁਸੀਂ ਉਸ ਨੂੰ ਕਹਿ ਲਓ, ਜਿਹੜਾ ਕਿ ਉਸ ਲੈਵਲ ਤੱਕ ਉਸ ਦੀ ਸੋਚ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਕਿ ਉਹ ਉਸ ਦੀ ਜਿਹੜੀ ਰਮਜ਼ ਹੈ ਉਸ ਨੂੰ ਸਮਝ ਪਾਉਂਦਾ ਹੈ। ਲੇਕਿਨ ਲਫ਼ਜ਼ਾਂ ਦਾ ਅਗਰ ਥੋੜਾ ਜਿਹਾ ਹੇਰ ਫੇਰ ਹੋ ਜਾਵੇ ਤੇ ਇਸ ਸ਼ਬਦ ਦਾ ਆ ਮਤਲਬ ਬਣ ਜਾਂਦਾ ਹੈ। ਮੇਰੇ ਵਰਗਾ ਬੰਦਾ ਜੇ ਕੈ ਨੂੰ ਕੇ ਬੋਲ ਦੇਵੇ ਤੇ ਉਸ ਦਾ ਤੁਸੀਂ ਦੇਖੋ ਕਿ ਕਿੰਨਾ ਵੱਡਾ ਫਰਕ ਪੈ ਗਿਆ, ਕਿ ਓਨਲੀ ਦਾ ਕ੍ਰੀਏਟਰ ਨੋਜ਼ ਹਿਮਸੈਲਫ। ਆਪਣੀ ਜਿਹੜੀ ਉਸ ਦੀ ਕ੍ਰੀਏਸ਼ਨ ਹੈ ਉਸ ਬਾਰੇ ਉਹ ਜਾਣਦਾ ਹੈ, ਠੀਕ ਹੈ। ਕੇ ਜਾਣੇ ਗੁਰਸੂਰਾ, ਉਹ ਇੱਕ ਜਿਹੜਾ ਕੇ ਹੈ ਉਹ ਔਰ ਜਾਂ ਦੀ ਥਾਂ ਤੇ ਉਹ ਵਟ ਬਣ ਜਾਂਦਾ ਹੈ। ਉਸ ਦਾ ਸਾਰਾ ਜਿਹੜਾ ਮਤਲਬ ਹੈ ਉਹ ਚੇਂਜ ਹੋ ਜਾਂਦਾ ਹੈ। ਸੋ ਇਸ ਲਈ ਇਹ ਜ਼ਰੂਰੀ ਹੈ ਕਿ ਬਾਣੀ ਜਿਹੜੀ ਹੈ, ਭਾਵੇਂ ਕੋਈ ਵੀ ਬਾਣੀ ਹੋਵੇ, ਇਟ ਡਜ਼ਨਟ ਮੈਟਰ, ਉਸ ਨੂੰ ਪ੍ਰੋਪਰਲੀ ਸਮਝਿਆ ਜਾਵੇ, ਔਰ ਉਸ ਨੂੰ ਕਿਸੇ ਐਸੇ ਬੰਦੇ ਦੇ ਕੋਲੋਂ, ਕਿਸੇ ਐਸੇ ਲਰਨਡ ਸਕਾਲਰ ਦੇ ਕੋਲੋਂ ਸਮਝਿਆ ਜਾਵੇ ਜਿਸ ਨੂੰ ਕਿ ਸਿਰਫ ਲਗਾ ਮਾਤਰਾ ਦੀ ਜਾਂਚ ਨਹੀਂ ਹੈ, ਦੀ ਨੌਲੇਜ ਨਹੀਂ ਹੈ, ਬਟ ਉਸ ਨੂੰ ਇਨ ਐਡੀਸ਼ਨ ਟੂ ਦੈਟ ਉਸ ਦੀ ਜਿਹੜੀ ਇੱਕ ਸਪਿਰਿਚੁਅਲ ਪ੍ਰੋਗਰੈਸ ਹੈ ਉਹ ਉਸ ਲੈਵਲ ਤੱਕ ਹੈ ਕਿ ਉਹ ਤੁਹਾਨੂੰ ਖੁਦ ਪ੍ਰੋਪਰਲੀ ਗਾਈਡ ਕਰ ਸਕੇ। ਸੋ ਇਹ ਤਾਂ ਗੱਲ ਹੋ ਗਈ ਵੀ ਇਹ ਚੀਜ਼ ਇੰਪੋਰਟੈਂਸ ਦੀ ਆਪਾਂ ਗੱਲ ਕੀਤੀ। ਹੁਣ ਗੁਰਬਾਣੀ ਜਿਹੜੀ ਹੈ ਉਸ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਔਰ ਅਸੀਂ ਸਭ ਜਾਣਦੇ ਹਾਂ ਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਸਾਹਿਬ ਨੇ ਬਾਣੀ ਜਿਹੜੀ ਹੈ ਉਸ ਨੂੰ ਉਹ ਲੈਵਲ ਦਿੱਤਾ ਹੈ, ਔਰ ਬਾਣੀ ਨੂੰ ਸਮਝਣ ਵਾਲੇ ਜਿਹੜੇ ਨੇ ਉਹਨਾਂ ਨੂੰ ਉਹ ਲੈਵਲ ਦਿੱਤਾ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਣੀ ਜਿਹੜੀ ਹੈ
ਉਹ ਇੰਨੀ ਉੱਚਾ ਉਸ ਨੂੰ ਇੱਕ ਦਰਜਾ ਉਹਨਾਂ ਨੇ ਦਿੱਤਾ ਹੈ ਕਿਉਂਕਿ ਉਹ ਸਾਨੂੰ ਉਸ ਪਰਮਾਤਮਾ ਦੀ ਇੱਕ ਇਟਰਨਲ ਜਿਹੜੀ ਨੌਲੇਜ ਹੈ ਉਹ ਦਿੰਦੀ ਹੈ। ਔਰ ਜੋ ਉਸ ਨੂੰ ਸਾਨੂੰ ਸਮਝਾ ਰਿਹਾ ਹੈ, ਜੋ ਗੁਰੂ ਉਸ ਨੂੰ ਸਮਝ ਰਿਹਾ ਹੈ। ਬੱਚਿਆਂ ਨੇ ਬਹੁਤ ਸੋਹਣੇ ਅੱਜ ਸ਼ਬਦ ਪੜ੍ਹੇ ਔਰ ਦੋਨਾਂ ਦੇ ਵਿੱਚ ਉਹ ਚੀਜ਼ ਜਿਹੜੀ ਹੈ ਉਹ ਉੱਭਰ ਕੇ ਸਾਹਮਣੇ ਆਈ। ਸੋ ਗੁਰੂ ਸਾਹਿਬ ਨੇ ਬਾਣੀ ਨੂੰ ਇੱਕ ਬਹੁਤ ਹੀ ਉੱਚਾ ਜਿਹੜਾ ਦਰਜਾ ਹੈ ਉਹ ਦਿੱਤਾ ਹੈ। ਔਰ ਇਹ ਬਹੁਤ ਲੰਬਾ ਸ਼ਬਦ ਹੈ ਜਿਸ ਦੇ ਵਿੱਚ ਕਿ ਗੁਰੂ ਸਾਹਿਬ ਹੋਰ ਵੀ ਕਈ ਇੰਪੋਰਟੈਂਟ ਜਿਹੜੀਆਂ ਗੱਲਾਂ ਨੇ ਉਹ ਕਰਦੇ ਨੇ। ਮੈਂ ਉਸ ਇੱਕ ਦੋ ਸਤਰਾਂ ਨੂੰ ਹਾਈਲਾਈਟ ਕੀਤਾ ਹੈ ਜੋ ਸਾਡੀ ਇਸ ਪ੍ਰੈਜੈਂਟੇਸ਼ਨ ਇਸ ਟੌਪਿਕ ਦੇ ਨਾਲ ਥੋੜਾ ਜਿਹਾ ਰੈਲੇਵੈਂਟ ਸੀ। ਹੁਣ ਅੱਗੇ ਗੱਲ ਆ ਜਾਂਦੀ ਹੈ ਕਿ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰਬਾਣੀ ਕੀ ਹੈ, ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰਸਿੱਖ ਕੌਣ ਹੈ ਔਰ ਇਹ ਗੁਰਸਿੱਖ ਦੇ ਕੋਲੋਂ ਸਮਝਣੀ ਬਾਣੀ ਜਿਹੜੀ ਹੈ ਉਹ ਕਿਉਂ ਜ਼ਰੂਰੀ ਹੈ। ਜੋ ਆਪਾਂ ਜਿਸ ਥੀਸਿਸ ਦੇ ਨਾਲ ਆਪਾਂ ਪਹਿਲੇ ਗੱਲ ਸ਼ੁਰੂ ਕੀਤੀ ਸੀ, ਲੈਟਸ ਨਾਟ ਲੂਜ਼ ਸਾਈਟ ਆਫ ਦੈਟ। ਗੁਰਸਿੱਖ ਕੌਣ ਹੈ? ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਬਹੁਤ ਉਦਾਹਰਨਾਂ ਦਿੱਤੀਆਂ ਨੇ ਕਿ ਗੁਰਸਿੱਖ ਕੌਣ ਹੈ, ਇੱਕ ਲਰਨਡ ਸਕਾਲਰ ਕੌਣ ਹੈ ਜਿਸ ਦੇ ਕੋਲੋਂ ਕਿ ਅਸੀਂ ਬਾਣੀ ਜਿਹੜੀ ਹੈ ਉਹ ਸਿੱਖ ਸਕਦੇ ਹਾਂ। ਗੁਰਬਾਣੀ ਦੇ ਵਿੱਚ ਜੋ ਮੈਂ ਥੋੜਾ ਬਹੁਤਾ ਸਮਝ ਪਾਇਆ ਹਾਂ ਕਿ ਇੱਕ ਚੀਜ਼ ਬਹੁਤ ਉੱਭਰ ਕੇ ਆਉਂਦੀ ਹੈ, ਉਹ ਹੈ ਗੁਰਮਤ ਤੇ ਮਨਮਤ, ਗੁਰਮੁਖ ਤੇ ਮਨਮੁਖ। ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਕਾਫੀ ਆਉਂਦੀਆਂ ਨੇ। ਔਰ ਗੁਰਸਿੱਖ ਬਾਰੇ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਜੋ ਸਤਿਗੁਰ ਨੇ ਉਪਦੇਸ਼ ਦਿੱਤਾ ਹੈ ਉਹ ਉਸਨੇ ਸੁਣਿਆ ਹੈ, ਔਰ ਜਿਸਨੇ ਸੁਣਿਆ ਹੈ ਉਸ ਨੇ ਉਸ ਦਾ ਜਿਹੜਾ ਭਾਣਾ ਹੈ ਉਹ ਮੰਨਿਆ ਹੈ ਔਰ ਉਸ ਦੇ ਪ੍ਰਤੀ ਉਸ ਨੇ ਆਪਣੇ ਆਪ ਨੂੰ ਕੰਪਲੀਟਲੀ ਸਰੈਂਡਰ ਕੀਤਾ ਹੈ। ਅਸੀਂ ਗੁਰੂ ਘਰ ਜਾਂਦੇ ਹਾਂ, ਜਾ ਕੇ ਮੱਥਾ ਟੇਕਦੇ ਹਾਂ, ਅਸੀਂ ਕਿਉਂ ਸਿਰ ਨਿਵਾਉਂਦੇ ਹਾਂ? ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਜਿਹੜੀ ਬੁੱਧੀ ਹੈ ਉਹ ਪ੍ਰਮਾਤਮਾ ਤੇਰੇ ਸਾਹਮਣੇ ਇਸ ਵੇਲੇ ਅਸੀਂ ਸਿਰ ਨਿਵਾ ਰਹੇ ਹਾਂ। ਤੇਰੀ ਨੌਲੇਜ, ਤੇਰੀ ਐਗਜ਼ਿਸਟੈਂਸ ਸੁਪਰੀਮ ਹੈ, ਮੇਰੀ ਐਗਜ਼ਿਸਟੈਂਸ ਜਿਹੜੀ ਉਹ ਕੁਛ ਨਹੀਂ ਹੈ। ਮੈਂ ਆਪਣੀ ਜਿਹੜੀ ਮੱਤ ਹੈ ਉਹ ਤੇਰੇ ਸਾਹਮਣੇ ਸਰੈਂਡਰ ਕਰ ਰਿਹਾ ਹਾਂ, ਨਿਵਾ ਰਿਹਾ ਹਾਂ ਕਿ ਤੂੰ ਮੇਰੇ ਤੇ ਬਖਸ਼ਿਸ਼ ਕਰ। ਸੋ ਸਤਿਗੁਰ ਨੇ, ਗੁਰੂ ਨੇ, ਪ੍ਰਮਾਤਮਾ ਨੇ ਜੋ ਸਾਨੂੰ ਬਾਣੀ ਦਿੱਤੀ ਹੈ, ਆਪਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋ ਵੀ ਹਮੇਸ਼ਾ ਗੱਲ ਕਰਦੇ ਹਾਂ ਉਸ ਦੇ ਵਿੱਚ ਆਪਾਂ ਹਮੇਸ਼ਾ ਇਹ ਮੰਨ ਕੇ ਚੱਲਦੇ ਹਾਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਇਹ ਧੁਰ ਕੀ ਬਾਣੀ ਹੈ। ਗੁਰੂ ਸਾਹਿਬ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਮੇਰੀ ਨੌਲੇਜ ਹੈ, ਠੀਕ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਇਟਰਨਲ ਨੌਲੇਜ ਹੈ ਜੋ ਮੈਨੂੰ ਉਸ ਪਰਮਾਤਮਾ ਤੋਂ ਆਈ ਹੈ। ਸੋ ਜਿਸ ਵੇਲੇ ਅਸੀਂ ਉਸ ਬਾਣੀ ਦੇ ਸਾਹਮਣੇ ਆਪਣਾ ਸਿਰ ਨਿਵਾ ਰਹੇ ਹਾਂ, ਉਸ ਨੂੰ ਪੜ੍ਹ ਰਹੇ ਹਾਂ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਉਸ ਇਟਰਨਲ ਕ੍ਰੀਏਟਰ ਦੀ ਜਿਹੜੀ ਨੌਲੇਜ ਹੈ ਉਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿਸ ਵੇਲੇ ਗੁਰੂ ਸਾਨੂੰ ਉਹ ਨੌਲੇਜ ਦਿੰਦਾ ਹੈ, ਉਹ ਉਪਦੇਸ਼ ਦਿੰਦਾ ਹੈ, ਔਰ ਜਿਹੜਾ ਬੰਦਾ ਉਸ ਨੌਲੇਜ ਦੇ ਸਾਹਮਣੇ ਆਪਣਾ ਸਿਰ ਝੁਕਾਉਂਦਾ ਹੈ, ਉਸ ਨੂੰ ਐਕਸੈਪਟ ਕਰਦਾ ਹੈ, ਉਹ ਗੁਰਸਿੱਖ ਹੈ। ਗੁਰੂ ਸਾਹਿਬ ਨੇ ਹੋਰ ਵੀ ਅੱਗੇ ਇਸ ਬਾਰੇ ਕਈ ਥਾਵਾਂ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਗੁਰਸਿੱਖ ਕੌਣ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ। ਕਈ ਪ੍ਰਕਾਰ ਦੀਆਂ ਗੁਰੂ ਸਾਹਿਬ ਨੇ ਡੈਫੀਨੇਸ਼ਨਾਂ ਦਿੱਤੀਆਂ ਨੇ ਕਿ ਇੱਕ ਗੁਰਸਿੱਖ ਕੌਣ ਹੈ। ਔਰ ਇਹ ਸਾਡੇ ਲਈ ਜ਼ਰੂਰੀ ਇਸ ਲਈ ਜਾਣਨਾ ਹੈ ਕਿ ਅਗਰ ਅਸੀਂ ਕੱਲ ਨੂੰ ਇਹ ਕਹਿੰਦੇ ਹਾਂ ਕਿ ਮੈਂ ਬਾਣੀ ਜਿਹੜੀ ਹੈ, ਮੈਂ ਗੁਰਬਾਣੀ ਜਿਹੜੀ ਹੈ ਉਸ ਨੂੰ ਕਿਸੇ ਕੋਲੋਂ ਸਮਝਣਾ ਹੈ, ਸਿੱਖਣਾ ਹੈ, ਤੇ ਹੂ ਇਜ਼ ਦੈਟ ਰਾਈਟ ਐਂਡ ਮੋਸਟ ਐਪਰੋਪਰੀਏਟ ਪਰਸਨ ਜਿਸ ਦੇ ਕੋਲੋਂ ਕਿ ਮੈਂ ਉਹ ਬਾਣੀ ਸਿੱਖਣੀ ਹੈ ਜਾਂ ਜਿਸ ਦੇ ਕੋਲੋਂ ਮੈਂ ਉਹ ਚੀਜ਼ ਸਮਝਣੀ ਹੈ। ਅਗਰ ਮੇਰਾ ਟੀਚਰ ਜਿਹੜਾ ਹੈ ਉਸ ਦਾ ਇੱਕ ਅਲਟੀਰੀਅਰ ਮੋਟਿਵ ਹੈ, ਅਗਰ ਉਸ ਦਾ ਇੱਕ ਏਜੰਡਾ ਹੈ, ਤੇ ਮੈਨੂੰ ਉਹ ਕਰੈਕਟ ਨੌਲੇਜ ਦੀ ਇੰਟਰਪ੍ਰੀਟੇਸ਼ਨ ਨਹੀਂ ਦੇਗਾ। ਕਿਤੇ ਨਾ ਕਿਤੇ ਉਹ ਆਪਣਾ ਬਾਇਸ ਜਿਹੜਾ ਜ਼ਰੂਰ ਇੰਟਰੋਡਿਊਸ ਕਰੇਗਾ ਇਨਟੂ ਵਾਟਐਵਰ ਦੈਟ ਪਰਸਨ ਇਜ਼ ਟੈਲਿੰਗ ਮੀ। ਸੋ ਇਸ ਲਈ ਮੇਰੇ ਵਾਸਤੇ ਇੰਪੋਰਟੈਂਟ ਹੈ ਕਿ ਮੈਂ ਇਹ ਜਾਣਾ ਕਿ ਗੁਰਸਿੱਖ ਕੌਣ ਹੈ, ਮੈਂ ਕਿਸ ਦੇ ਕੋਲੋਂ ਉਹ ਨੌਲੇਜ ਹਾਸਲ ਕਰਨੀ ਹੈ। ਔਰ ਗੁਰੂ ਸਾਹਿਬ ਨੇ ਜਿਹੜੇ ਮੈਂ ਤੁਹਾਨੂੰ ਉਦਾਹਰਨ ਦੱਸ ਰਿਹਾ ਹਾਂ, ਸ਼ੇਅਰ ਕਰ ਰਿਹਾ ਹਾਂ, ਗੁਰੂ ਸਾਹਿਬ ਨੇ ਐਗਜ਼ਾਮਪਲਸ ਜਿਹੜੇ ਨੇ ਇਹ ਸਾਡੇ ਸਾਹਮਣੇ ਰੱਖੇ ਨੇ ਕਿ ਉਹ ਗੁਰਸਿੱਖ ਕੌਣ ਹੈ ਜਿਸ ਦੇ ਕੋਲੋਂ ਕਿ ਅਸੀਂ ਲੈ ਸਕਦੇ ਹਾਂ। ਹੁਣ ਆਪਾਂ ਗੱਲ ਕੀਤੀ ਸੀਗੀ ਕਿ ਗੁਰਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਮਨਮੁਖ ਔਰ ਗੁਰਮੁਖ, ਗੁਰਮਤ ਔਰ ਮਨਮਤ ਦਾ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ। ਅਗਰ ਆਪਾਂ ਇਸ ਨੂੰ ਕੁਇਕਲੀ ਦੇਖੀਏ,
ਇਹ ਮੇਰੀਆਂ ਸਲਾਈਡਸ ਥੋੜ੍ਹੀਆਂ ਇੱਕ ਦੋ ਅੱਗੇ ਪਿੱਛੇ ਹੋ ਗਈਆਂ। ਗੁਰਮੁਖ ਨੂੰ ਸਮਝਣ ਦਾ ਸਭ ਤੋਂ ਜਿਹੜਾ ਇੱਕ ਸਿੰਪਲ ਤਰੀਕਾ ਹੈ ਉਹ ਇਹ ਹੈ ਕਿ ਜਿਸ ਦਾ ਮੂੰਹ ਗੁਰੂ ਵੱਲ ਹੈ, ਜਿਹੜਾ ਗੁਰੂ ਨੂੰ ਫੇਸ ਕਰ ਰਿਹਾ ਹੈ, ਲਿਟਰਲੀ ਅਗਰ ਅਸੀਂ ਉਸ ਦਾ ਮਤਲਬ ਦੇਖਣ ਦੀ ਕੋਸ਼ਿਸ਼ ਕਰੀਏ। ਬਟ ਇਨ ਐਸੈਂਸ ਵਾਟ ਦੈਟ ਮੀਨਸ ਇਜ਼ ਕਿ ਜੋ ਗੁਰੂ ਦੀ ਗੱਲ ਸੁਣਦਾ ਹੈ, ਲਿਸਨਸ ਟੂ ਦ ਗੁਰੂ। ਔਰ ਗੁਰਮਤ ਕੀ ਹੈ? ਗੁਰੂ ਦੀ ਵਿਜ਼ਡਮ, ਜੋ ਗੁਰੂ ਦੀ ਨੌਲੇਜ ਹੈ। ਸੋ ਜਿਹੜਾ ਬੰਦਾ ਗੁਰੂ ਦੀ ਵਿਜ਼ਡਮ ਜਿਹੜੀ ਹੈ ਉਸ ਨੂੰ ਸੁਣਦਾ ਹੈ, ਉਸ ਨੂੰ ਮੰਨਦਾ ਹੈ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੁਰਸਿੱਖਾਂ ਦੇ ਐਗਜ਼ਾਮਪਲਸ ਜਿਹੜੇ ਨੇ ਪਿਛਲੀਆਂ 2-3 ਸਲਾਈਡਸ ਦੇ ਵਿੱਚ ਦੇਖੇ ਨੇ, ਉਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਗੁਰਮੁਖ ਹੈ। ਔਰ ਜਿਹੜਾ ਮੂੰਹ ਆਪਣੇ ਮਾਈਂਡ ਵੱਲ ਹੈ, ਜਿਹੜਾ ਆਪਣੀ ਵਿਜ਼ਡਮ ਜਿਹੜੀ ਹੈ ਉਸ ਨੂੰ ਸਭ ਤੋਂ ਜ਼ਿਆਦਾ ਸੁਪੀਰੀਅਰ ਸਮਝਦਾ ਹੈ, ਜਾਂ ਗੁਰਬਾਣੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਕਈ ਥਾਵਾਂ ਦੇ ਵਿੱਚ ਵਰਡ ਯੂਜ਼ ਹੁੰਦਾ ਸੈਲਫ ਵਿਲਡ। ਗੁਰੂ ਦੀ ਗੱਲ ਜਿਹੜਾ ਨਹੀਂ ਸੁਣਦਾ ਉਹ ਮਨਮੁਖ ਹੈ, ਜੋ ਆਪਣੀ ਮਨਮਤ ਦੇ ਨਾਲ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ। ਬੱਚਿਆਂ ਨੇ ਸ਼ਬਦ ਪੜ੍ਹਿਆ ਕਿ ਐਂਡ ਦੈਟਸ ਗਿਵਸ ਅ ਵੈਰੀ ਗੁੱਡ ਐਗਜ਼ਾਮਪਲ ਕਿ ਮਨਮੁਖ ਔਰ ਗੁਰਮੁਖ ਦੇ ਵਿੱਚ ਕੀ ਫਰਕ ਹੈ। ਜੋ ਸਤਿਗੁਰ ਦੇ ਪਾਸ ਸਿੱਖ ਬੈਠੇ ਨੇ ਔਰ ਗੁਰੂ ਦੀ ਗੱਲ ਜਿਹੜੀ ਹੈ ਉਹ ਮੰਨ ਰਹੇ ਨੇ, ਉਹ ਗੁਰਮੁਖ ਨੇ, ਕਿਉਂਕਿ ਉਹ ਗੁਰਮਤ ਨੂੰ ਫੋਲੋ ਕਰ ਰਹੇ ਨੇ। ਲੇਕਿਨ ਜਿਨ੍ਹਾਂ ਦੇ ਚਿੱਤ ਕਠੋਰ ਹੋ ਚੁੱਕੇ ਨੇ, ਐਂਡ ਆਈ ਥਿੰਕ ਦਿਸ ਇਜ਼ another thing which we can discuss at some point ਕਿ ਉਹਨਾਂ ਦੇ ਚਿੱਤ ਕਿਉਂ ਕਠੋਰ ਹੋ ਚੁੱਕੇ ਨੇ। ਬਟ ਵੈਰੀ ਸਿੰਪਲੀ ਪੁੱਟ, ਜੋ ਮੈਨੂੰ ਗੱਲ ਸਮਝ ਆਉਂਦੀ ਹੈ, ਐਂਡ ਤੁਸੀਂ ਪਲੀਜ਼ ਆਪਣੀ ਉਸ ਦੇ ਵਿੱਚ ਜ਼ਰੂਰ ਸੁਜੈਸ਼ਨ ਕਮੈਂਟਸ ਐਡ ਕਰ ਸਕਦੇ ਹੋ, ਕਿ ਜਿਹੜਾ ਬੰਦਾ ਮਨਮੁਖ ਬਣ ਗਿਆ ਔਰ ਆਪਣੀ ਮਨਮਤ ਨੂੰ ਫੋਲੋ ਕਰ ਰਿਹਾ ਹੈ, ਉਸ ਦਾ ਚਿੱਤ ਕਠੋਰ ਗੁਰੂ ਸਾਹਿਬ ਕਹਿ ਰਹੇ ਨੇ, ਕਿਉਂਕਿ ਉਹ ਗੁਰੂ ਦੀ ਜਿਹੜੀ ਸੁਪਰੀਮ ਇਟਰਨਲ ਵਿਜ਼ਡਮ ਹੈ ਉਸ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ। ਜੋ ਉਸ ਦਾ ਇੱਕ ਨੈਰੋ ਗੋਲ ਹੈ, ਆਬਜੈਕਟਿਵ ਹੈ, ਉਸ ਦੇ ਉੱਤੇ ਬੇਸਡ, ਜੋ ਉਸ ਦੀ ਵਿਜ਼ਡਮ ਹੈ, ਜੋ ਉਸ ਦੀ ਅਕਲ ਉਸ ਨੂੰ ਦੱਸ ਰਹੀ ਹੈ, ਉਹ ਉਸ ਚੀਜ਼ ਨੂੰ ਫੋਲੋ ਕਰਦਾ ਹੈ। ਜੋ ਵੀ ਉਹ ਕੰਮ ਕਰਦਾ ਹੈ ਉਸ ਦੇ ਪਿੱਛੇ ਇੱਕ ਮਕਸਦ ਹੈ, ਉਸ ਦਾ ਆਪਣਾ ਫਾਇਦਾ। ਐਂਡ ਐਕਚੁਅਲੀ ਉਹ ਵੀ ਜਿਹੜਾ ਫਾਇਦਾ ਹੈ ਉਹ ਬੜਾ ਮਟੀਰੀਅਲਿਸਟਿਕ ਫਾਇਦਾ ਹੈ। ਐਂਡ ਇਸ ਕਰਕੇ ਗੁਰੂ ਸਾਹਿਬ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਚਿੱਤ ਜਿਹੜੇ ਨੇ ਉਹ ਕਠੋਰ ਹੋ ਚੁੱਕੇ ਨੇ। ਔਰ ਜਿੱਥੇ ਵੀ ਕਿਤੇ ਸੱਚ ਵਰਤਦਾ ਹੈ ਉੱਥੇ ਜਿਹੜੇ ਕੁੜਿਆਰ ਨੇ, ਜਿਹੜੇ ਮਨਮੁਖ ਨੇ, they don't really enjoy that। ਸੋ ਬਹੁਤ ਸੋਹਣਾ ਬੱਚਿਆਂ ਨੇ ਸ਼ਬਦ ਜਿਹੜਾ ਹੈ ਉਹ ਸਰਵਣ ਕੀਤਾ। ਔਰ ਇਸੇ ਚੀਜ਼ ਨੂੰ ਗੁਰੂ ਸਾਹਿਬ ਹੋਰ ਵੀ ਅੱਗੇ ਇਸ ਨੂੰ ਖੋਲਦੇ ਨੇ ਕਿ ਗੁਰਮੁਖ ਔਰ ਗੁਰਮਤ ਜਿਹੜੀ ਹੈ ਉਸ ਬਾਰੇ ਉਹ ਇਹ ਕਹਿੰਦੇ ਨੇ ਕਿ ਨਾਨਕ ਗਿਆਨੀ ਜਗ ਜੀਤਾ ਸਭ ਕੋਈ, ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ। ਗੁਰਮਤ ਮਤ ਅਚਲ ਹੈ ਚਲਾਏ न सके कोई, ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ। ਜਿਹੜੇ ਬੰਦੇ ਉਸ ਗੁਰੂ ਦੀ ਜਿਹੜੀ ਸੁਪਰੀਮ ਸਪਿਰਿਚੁਅਲ ਵਿਜ਼ਡਮ ਹੈ ਉਸ ਨੂੰ ਫੋਲੋ ਕਰਦੇ ਨੇ, ਉਹ ਖੁਦ ਵੀ ਸਪਿਰਿਚੁਅਲੀ ਵਾਈਜ਼ ਹੋ ਜਾਂਦੇ ਨੇ ਔਰ ਉਹ ਆਪਣੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਓਵਰਕਮ ਕਰ ਲੈਂਦੇ ਨੇ। ਜਗ ਜੀਤਾ ਸਭ ਕੋਏ। ਔਰ ਜਿਹੜੇ ਉਹ ਗੁਰਮੁਖ ਨੇ, ਜਿਸ ਵੇਲੇ ਉਹ ਗੁਰੂ ਦੀ ਇਨਸਟਰਕਸ਼ਨ ਜਿਹੜੀ ਹੈ, ਗੁਰੂ ਦੀ ਜਿਹੜੀ ਵਿਜ਼ਡਮ ਹੈ, ਗੁਰੂ ਦੀ ਜਿਹੜੀ ਮੱਤ ਹੈ ਉਸ ਨੂੰ ਫੋਲੋ ਕਰਦੇ ਨੇ, ਤੇ ਉਹ ਜਿਹੜਾ ਪਰਮਾਤਮਾ ਹੈ, ਅਕਾਲ ਪੁਰਖ ਹੈ, ਉਹ ਉਹਨਾਂ ਦੇ ਜਿੰਨੇ ਵੀ ਕਾਰਜ ਨੇ ਉਹਨਾਂ ਦੇ ਵਿੱਚ ਸਿੱਧੀਆਂ ਪਾਉਂਦਾ ਹੈ। ਉਹਨਾਂ ਦੇ ਕਾਰਜ ਜਿਹੜੇ ਨੇ ਸੁਹਾਵੇ ਹੋ ਜਾਂਦੇ ਨੇ। ਉਹਨਾਂ ਨੂੰ ਜਿਹੜੇ 5 ਥੀਵਸ ਨੇ ਜਿਨ੍ਹਾਂ ਦਾ ਅਸੀਂ ਪਹਿਲੇ ਵੀ ਜ਼ਿਕਰ ਕੀਤਾ ਹੈ, ਉਹਨਾਂ ਸਭ ਤੋਂ ਪਰਮਾਤਮਾ ਉਹਨਾਂ ਨੂੰ ਬਚਾ ਲੈਂਦਾ ਹੈ। ਔਨ ਦੀ ਅਦਰ ਹੈਂਡ ਮਨਮੁਖ ਜਿਹੜੇ ਨੇ ਉਹਨਾਂ ਬਾਰੇ
ਜਾਂ ਮਨ ਮੱਤ ਵਾਲੇ ਜਿਹੜੇ ਨੇ, ਉਹਨਾਂ ਬਾਰੇ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਗਰੀਡ ਹੋ ਗਈ, ਉਹਨਾਂ ਦੀ ਈਗੋ ਹੋ ਗਈ, ਉਸ ਦੇ ਵਿੱਚ ਉਹ ਇਸ ਤਰ੍ਹਾਂ ਫਸੇ ਰਹਿੰਦੇ ਨੇ। ਆਪਾਂ ਪਹਿਲੇ ਵੀ ਜ਼ਿਕਰ ਕੀਤਾ ਵੀ ਉਹਨਾਂ ਦੇ ਮਨ ਕਠੋਰ ਹੋ ਗਏ ਨੇ, ਕਿਉਂਕਿ ਉਹ ਗੁਰੂ ਤੋਂ ਉਹਨਾਂ ਦਾ ਮਨ ਜਿਹੜਾ ਹੈ, ਉਹਨਾਂ ਦਾ ਜਿਹੜਾ ਫੋਕਸ ਹੈ ਉਹ ਹਟ ਚੁੱਕਾ ਹੈ। ਉਹ ਆਪਣੀ ਐਸੈਂਸ ਜਿਹੜੀ ਹੈ ਉਸ ਨੂੰ ਭੁਲਾ ਦਿੰਦੇ ਨੇ, ਔਰ ਉਸ ਸਟੇਟ ਦੇ ਵਿੱਚ ਉਹ ਹਰ ਵੇਲੇ ਇੱਕ ਫਿਜ਼ੀਕਲ ਜਾਂ ਮੈਂਟਲ ਸਟਰਗਲ ਉਹਨਾਂ ਦੀ ਲਾਈਫ 'ਚ ਚੱਲਦੀ ਰਹਿੰਦੀ ਹੈ। ਝਗੜਾ ਕਰਦਿਆਂ ਅਨਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰਾ, ਸ਼ਬਦ ਨਾ ਕਰੇ ਵਿਚਾਰ। ਉਹ ਇੱਕ ਹਰ ਵੇਲੇ ਕੰਟੀਨਿਊਸਲੀ ਉਹਨਾਂ ਦੇ ਮਨ ਦੇ ਵਿੱਚ ਇੱਕ ਸਟਰਗਲ ਚੱਲਦੀ ਰਹਿੰਦੀ ਹੈ, ਇੱਕ ਝਗੜਾ ਚੱਲਦਾ ਰਹਿੰਦਾ, ਇੱਕ ਕੌਨਫਲਿਕਟ ਚੱਲਦਾ ਰਹਿੰਦਾ ਹੈ। ਸੋ ਇਸ ਕਿਸਮ ਦੇ ਜਿਹੜੇ ਇਨਸਾਨ ਨੇ, ਉਹਨਾਂ ਨੂੰ ਅਸੀਂ ਗੁਰੂ ਸਾਹਿਬ ਦੀ ਬਾਣੀ ਮੁਤਾਬਿਕ, ਉਹਨਾਂ ਦੀ ਹਦਾਇਤ ਮੁਤਾਬਿਕ ਅਸੀਂ ਉਹਨਾਂ ਨੂੰ ਮਨਮੁਖ ਕਵਾਂਗੇ, ਜੋ ਮਨਮਤ ਦੇ ਨਾਲ ਚੱਲ ਰਹੇ ਨੇ, ਗੁਰਮੁਖ ਨਹੀਂ ਕਵਾਂਗੇ। ਸੋ ਜਸਟ ਟੂ ਗਿਵ ਯੂ ਐਨ ਅੰਡਰਸਟੈਂਡਿੰਗ ਕਿ ਮਨਮੁਖ ਔਰ ਗੁਰਮਤ ਦੇ ਵਿੱਚ, ਮਨਮੁਖ ਔਰ ਗੁਰਮੁਖ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਕੀ ਇੱਕ ਡਿਫਰੈਂਸ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਔਰ ਇੱਕ ਬੜਾ ਇੰਟਰਸਟਿੰਗ ਸ਼ਬਦ ਹੈ, ਮੈਂ ਤੁਸੀਂ ਦੇਖੋਗੇ ਇੱਥੇ ਕਿ ਮੈਂ 2 ਸ਼ਬਦ ਇੱਥੇ ਲਗਾਏ ਨੇ। ਦੋਨੋਂ ਸ਼ਬਦ ਜਿਹੜੇ ਨੇ ਆਲਮੋਸਟ ਸਿਮਿਲਰ ਨੇ। ਇੱਕ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ ਤੇ ਦੂਸਰਾ ਜਿਹੜਾ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੈ। ਡਿਫਰੈਂਟ ਅੰਗ ਜਿਹੜੇ ਨੇ ਉਹਨਾਂ ਦੇ ਉੱਤੇ ਉਹ ਦਰਜ ਨੇ, ਡਿਫਰੈਂਟ ਪੇजेस ਦੇ ਉੱਤੇ, ਬਟ ਸ਼ਬਦ ਜਿਹੜੇ ਨੇ ਉਹਨਾਂ ਦੀ ਐਸੈਂਸ ਆਲਮੋਸਟ ਸੇਮ ਹੈ। ਲਾਰਜਲੀ ਉਹਨਾਂ ਦੀ ਜਿਹੜੀ ਵਰਡਿੰਗ ਹੈ ਉਹ ਵੀ ਸੇਮ ਹੈ। ਔਰ ਗੁਰੂ ਸਾਹਿਬ ਉਸ ਦੇ ਵਿੱਚ ਮਨਮੁਖ ਜਿਹੜੇ ਨੇ ਉਹਨਾਂ ਦੇ ਬਾਰੇ ਜ਼ਿਕਰ ਕਰ ਰਹੇ ਨੇ, ਔਰ ਕਿਸ ਤਰ੍ਹਾਂ ਉਹਨਾਂ ਦੇ ਅੰਦਰ ਇੱਕ ਹਰ ਵੇਲੇ ਕੌਨਫਲਿਕਟ ਚੱਲਦਾ ਰਹਿੰਦਾ ਹੈ। ਸੋ ਆਪਾਂ ਇਹ ਦੇਖਿਆ ਕਿ ਗੁਰਸਿੱਖ ਕੌਣ ਹੈ, ਅਸੀਂ ਕਿਸ ਨੂੰ ਅਵੋਇਡ ਕਰਨਾ ਹੈ, ਔਰ ਸਾਡੇ ਲਈ ਕਿਉਂ ਇੰਪੋਰਟੈਂਟ ਹੈ ਕਿ ਇੱਕ ਗੁਰਸਿੱਖ ਦੇ ਕੋਲੋਂ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਸਮਝੇ ਜਾਣ। ਕਿਉਂਕਿ ਉਸ ਦੀ, ਜਿਸ ਤਰ੍ਹਾਂ ਵੀਰ ਜੀ ਨੇ ਵੀ ਜ਼ਿਕਰ ਕੀਤਾ, ਕਿ ਉਸ ਦੀ ਆਪਣੀ ਜਿਹੜੀ ਇੱਕ ਇੰਟੈਲੈਕਟ ਹੈ, ਉਸ ਦੀ ਜਿਹੜੀ ਸਪਿਰਿਚੁਅਲ ਜਰਨੀ ਹੈ, ਉਹ ਉਸ ਲੈਵਲ ਤੱਕ ਉਹ ਪਹੁੰਚ ਚੁੱਕਾ ਹੈ ਕਿ ਉਸ ਦੀ ਅੰਡਰਸਟੈਂਡਿੰਗ ਜਿਹੜੀ ਹੈ ਉਹ ਬਹੁਤ ਡਿਫਰੈਂਟ ਹੈ। ਔਰ ਆਪਾਂ ਅੱਗੇ ਜਾ ਕੇ ਦੇਖਾਂਗੇ ਕਿ ਉਹ ਅੰਡਰਸਟੈਂਡਿੰਗ ਡਿਫਰੈਂਟ ਹੋਣੀ ਕਿਉਂ ਜ਼ਰੂਰੀ ਹੈ। ਪਰ ਆਪਾਂ ਹੁਣ ਅਗਰ ਇਹ ਦੇਖਣ ਦੀ ਕੋਸ਼ਿਸ਼ ਕਰੀਏ ਕਿ ਅਰਥ ਜਿਸ ਵੇਲੇ ਅਸੀਂ ਜ਼ਿਕਰ ਕਰਦੇ ਹਾਂ, ਗੁਰਬਾਣੀ ਦੇ ਅਸੀਂ ਅਰਥ ਸਮਝ ਰਹੇ ਨੇ, ਤੇ ਅਸਲ ਦੇ ਵਿੱਚ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਅਸਲ ਦੇ ਵਿੱਚ ਸਾਨੂੰ ਦੱਸ ਕੀ ਰਹੀ ਹੈ, ਉਹ 'ਚ ਹੋ ਕੀ ਰਿਹਾ ਹੈ। ਮੇਰੀ ਬਹੁਤ ਹੀ ਲਿਮਿਟਿਡ ਅੰਡਰਸਟੈਂਡਿੰਗ ਦੇ ਹਿਸਾਬ ਦੇ ਨਾਲ what I could understand was ਕਿ it's very conversational in nature. It's a dialogue. It's a continuous dialogue which is happening. A dialogue which is happening between Guru Sahib and Akal Purkh, ਜਿੱਥੇ ਗੁਰੂ ਸਾਹਿਬ ਜਿਹੜੇ ਨੇ ਉਹ ਉਸ ਇਟਰਨਲ ਬੀਇੰਗ ਦੇ ਪ੍ਰੇਜ਼ ਕਰ ਰਹੇ ਨੇ, ਉਸ ਦੀ ਉਪਮਾ ਕਰ ਰਹੇ ਨੇ, ਜਾਂ ਉਸ ਦੇ ਨਾਲ ਇੱਕ ਕਨਵਰਸੇਸ਼ਨਲ ਡਾਇਲੌਗ ਕਰ ਰਹੇ ਨੇ। ਸਾਰੀ ਬਾਣੀ ਜਿਹੜੀ ਹੈ ਉਸ ਦੇ ਵਿੱਚ ਅਗਰ ਤੁਸੀਂ ਦੇਖੋਗੇ, ਭਾਵੇਂ ਉਹ ਭਗਤਾਂ ਦੀ ਵੀ ਬਾਣੀ ਹੈ, ਉਸ ਦੇ ਵਿੱਚ ਅਗਰ ਤੁਸੀਂ ਦੇਖੋਗੇ ਤੇ you will see a very subtle dialogue which is going on. At the same time, you will also notice ਕਿ by way of guidance ਸਾਨੂੰ ਸਮਝਾਉਣ ਵਾਲੇ point of view ਤੋਂ ਗੁਰੂ ਸਾਹਿਬ ਉਹੀ ਕਨਵਰਸੇਸ਼ਨ ਜਿਹੜੀ ਉਹ ਸਾਡੇ ਨਾਲ ਵੀ ਕਰ ਰਹੇ ਨੇ, ਸਾਨੂੰ ਵੀ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸਾਨੂੰ ਵੀ ਉਹ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਗਾਈਡ ਕਰ ਰਹੇ ਨੇ। ਅਸੀਂ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਗੁਰੂ ਸਾਹਿਬ ਦੀ ਜਪਜੀ ਸਾਹਿਬ ਦੇ ਵਿੱਚੋਂ ਇੱਕ ਜਿਹੜੀ ਅਸ਼ਟਪਦੀ ਸੀ, ਜਿਹੜੀ ਪੌੜੀ ਹੈ, ਉਸ ਦਾ ਅਸੀਂ ਜ਼ਿਕਰ ਕੀਤਾ ਕਿ ਹੁਕਮ ਜਿਹੜਾ ਹੈ ਉਹ ਕੀ ਚੀਜ਼ ਹੈ। ਸੋ ਇਟਸ ਅ ਕੰਟੀਨਿਊਸ ਡਾਇਲੌਗ ਬਿਟਵੀਨ ਗੁਰੂ ਸਾਹਿਬ ਐਂਡ ਦ ਕ੍ਰੀਏਟਰ, ਜਿੱਥੋਂ ਕਿ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਮੈਨੂੰ ਇਹ ਨੌਲੇਜ ਮਿਲੀ। ਉਸ ਦੀ ਉਹ ਪ੍ਰੇਜ਼ ਕਰ ਰਹੇ ਨੇ, ਉਸ ਦੇ ਨਾਲ ਡਾਇਲੌਗ ਕਰ ਰਹੇ ਨੇ, ਉਸ ਦੇ ਨਾਲ ਇੱਕ ਹੰਬਲ ਸਰਵੈਂਟ ਵਾਂਗ ਗੱਲਬਾਤ ਉਹਨਾਂ ਦੀ ਚੱਲ ਰਹੀ ਹੈ। ਐਂਡ ਐਟ ਦ ਸੇਮ ਟਾਈਮ ਉਹੀ ਗੱਲਬਾਤ ਉਹਨਾਂ ਦੀ ਸਾਡੇ ਨਾਲ ਵੀ ਚੱਲ ਰਹੀ ਹੈ, ਜਿੱਥੇ ਉਸ ਨੌਲੇਜ ਸਾਨੂੰ ਮੂਵ ਔਨ ਕਰ ਰਹੇ ਨੇ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਦੁਨੀਆ ਦੇ ਵਿੱਚ ਦੁਨੀਆ ਦੀ ਕ੍ਰੀਏਸ਼ਨ ਜਿਹੜੀ ਹੈ ਉਹ ਕਿਉਂ ਹੋਈ, ਜਾਂ ਜੋ ਹੋ ਰਿਹਾ ਹੈ ਉਹ ਕੀ ਹੋ ਰਿਹਾ ਹੈ, ਉਹ ਸਾਰੀ ਇੱਕ ਡਾਇਲੌਗ ਦੇ ਤੌਰ ਤੇ ਚੱਲ ਰਿਹਾ। ਸੋ ਅਰਥ ਜਿਹੜਾ ਹੈ ਉਹ ਸਾਨੂੰ ਸਮਝਣ ਦੀ ਜ਼ਰੂਰਤ ਇਹ ਹੈ
ਕਿ ਇਜ਼ ਇਟ ਅ ਲਿਟਰਲ ਟਰਾਂਸਲੇਸ਼ਨ ਜੋ ਅਸੀਂ ਅਰਥ ਸਮਝਣਾ ਹੈ, ਜਾਂ ਅਸੀਂ ਉਸ ਦਾ ਐਸੈਂਸ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜੋ ਗੁਰੂ ਸਾਹਿਬ ਕਹਿ ਰਹੇ ਨੇ ਉਹਦਾ ਨਿਚੋੜ ਕੀ ਹੈ, what is the true essence, the true meaning of that, ਜਾਂ ਅਸੀਂ word by word ਉਹਦੀ literal translation ਦੇਖਣੀ ਹੈ। ਸੋ ਉਸ ਦੇ ਵਿੱਚ ਗੁਰੂ ਸਾਹਿਬ ਜਿਹੜੇ ਨੇ, ਹੁਣ ਐਸੈਂਸ ਦੀ ਜਿਹੜੀ ਅਸੀਂ ਗੱਲ ਕੀਤੀ ਹੈ ਟਰਾਂਸਲੇਸ਼ਨ ਵਰਸਸ ਐਸੈਂਸ ਦੀ, ਉਸ ਨੂੰ ਗੁਰੂ ਸਾਹਿਬ ਸਾਨੂੰ ਕਿੱਦਾਂ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਹਾਊ ਦੇ ਆਰ ਟੂ ਡਿਫਰੈਂਟ। ਐਕਚੁਅਲੀ ਮੈਨੂੰ ਇਹ ਲੱਗਾ ਕਿ ਹਰ ਇੱਕ ਚੀਜ਼ ਦਾ ਜਵਾਬ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਹੈ। ਜੇ ਸਾਡੇ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਵੀ ਮੈਂ ਲਿਟਰਲ ਟਰਾਂਸਲੇਸ਼ਨ ਦੇਖਣੀ ਹੈ ਜਾਂ ਉਸ ਦਾ ਐਸੈਂਸ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਉਹਦੀ ਵੀ ਗਾਈਡੈਂਸ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ। ਗੁਰੂ ਸਾਹਿਬ ਕਹਿੰਦੇ ਨੇ ਸੁਣ ਸਿੱਖੀਏ ਸਾਧ ਨਾ ਆਇਓ, ਜਿਤ ਚਿਰ ਗੁਰਮੁਖ ਸ਼ਬਦ ਨਾ ਲਾਗੇ। ਅਸੀਂ ਸੁਣੀ ਤੇ ਜਾਂਦੇ ਹਾਂ ਕੰਟੀਨਿਊਸਲੀ, ਪਰ ਅਸੀਂ ਉਸ ਚੀਜ਼ ਨੂੰ ਸਮਝਦੇ ਨਹੀਂ, ਅਸੀਂ ਉਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਦੇ, ਉਸ ਦਾ ਜਿਹੜਾ ਮਤਲਬ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸਤਿਗੁਰ ਸੇਵੀਏ ਨਾਮ ਮਨ ਵਸੇ, ਵਿੱਚੋਂ ਭਰਮ ਭਉ ਭਾਗੇ। ਲੇਕਿਨ ਜਿਸ ਵੇਲੇ ਅਸੀਂ ਉਸ ਦਾ ਜਿਹੜਾ ਸ਼ਬਦ ਹੈ ਉਸ ਨੂੰ ਸੇਵਦੇ ਹਾਂ, ਉਸ ਨੂੰ ਇੰਬਾਈਬ ਕਰਦੇ ਹਾਂ ਆਪਣੇ ਅੰਦਰ, ਤੇ ਸਾਡੇ ਮਨ ਦੀ ਜਿਹੜੀ ਡੁਅਲਿਟੀ ਹੈ ਉਹ ਖਤਮ ਹੋ ਜਾਂਦੀ ਹੈ। ਅਦਰਵਾਈਜ਼ ਵੀ ਆਰ ਡੂਇੰਗ ਇਜ਼ ਕਿ ਅਸੀਂ ਹਰ ਵੇਲੇ ਉਸ ਨੂੰ ਸੁਣੀ ਜਾ ਰਹੇ ਹਾਂ ਕੰਟੀਨਿਊਸਲੀ। ਔਰ ਇਸ ਦਾ ਇੱਕ ਬੜਾ ਅੱਛਾ ਮੇਰੇ ਮਨ ਦੇ ਵਿੱਚ ਇੱਕ ਐਗਜ਼ਾਮਪਲ ਆਇਆ, ਤੁਹਾਡੇ ਕੋਲ ਵੀ ਬਹੁਤ ਅੱਛੇ ਐਗਜ਼ਾਮਪਲਸ ਹੋਣਗੇ। ਇੱਥੇ ਕਈ ਟੀਚਰਸ ਵੀ ਬੈਠੇ ਹੋਏ ਨੇ, ਪੇਰੈਂਟਸ ਸਾਰੇ ਬੈਠੇ ਹੋਏ ਨੇ ਇੱਥੇ, ਔਰ ਬੱਚੇ ਵੀ ਨੇ। ਸੋ ਪੇਰੈਂਟਸ ਨੂੰ ਮੈਂ ਕਹਾਂਗਾ ਜਾਂ ਟੀਚਰਸ ਨੂੰ ਕਿ ਤੁਸੀਂ ਇਸ ਬਾਰੇ ਸੋਚ ਕੇ ਦੇਖੋ ਕਿ ਤੁਸੀਂ ਅਕਸਰ ਇਹ ਗੱਲ ਕਹੀ ਹੋਏਗੀ, ਤੁਸੀਂ ਕਿਸੇ ਨੂੰ ਆਪਣੇ ਘਰ 'ਚ ਬੱਚੇ ਨੂੰ ਅਸੀਂ ਐਜ਼ ਪੇਰੈਂਟਸ ਕਹਿੰਦੇ ਆ, ਜਾਂ ਤੁਸੀਂ ਐਜ਼ ਟੀਚਰ ਕਿਹਾ ਕਿ ਤੂੰ ਮੇਰੀ ਗੱਲ ਨਹੀਂ ਸੁਣ ਰਿਹਾ। ਮੈਂ ਤੈਨੂੰ ਕਿੰਨੀ ਵਾਰੀ ਇਹ ਗੱਲ ਕਹੀ ਹੈ। ਦਿਸ ਇਜ਼ ਸਮਥਿੰਗ ਯੂ ਵਿਲ ਹੀਅਰ ਐਵਰੀ ਡੇ ਹੰਡਰਡਸ ਆਫ ਟਾਈਮਸ ਇਨ ਯੋਰ ਹਾਊਸ, ਰਾਈਟ। ਹੁਣ ਇਹ ਗੱਲ ਕਿਉਂ ਹੁੰਦੀ ਹੈ? ਬੱਚਿਆਂ ਨੂੰ ਵੀ ਮੈਂ ਕਹਾਂਗਾ ਵੀ ਉਹ ਵੀ ਇਹ ਸੋਚਣ ਵੀ ਪੇਰੈਂਟਸ ਜਿਹੜੇ ਨੇ ਕਹਿੰਦੇ ਨੇ ਵੀ ਤੂੰ ਮੇਰੀ ਗੱਲ ਨਹੀਂ ਸੁਣ ਰਿਹਾ, ਐਂਡ ਵੀ ਟੈਂਡ ਟੂ ਥਿੰਕ ਕਿ ਅਜੇ ਹੁਣੇ ਤਾਂ ਮੈਂ ਇਹ ਗੱਲ ਸੁਣੀ ਸੀ। There is a difference between listening and there is a difference between listening and following it or executing on it, ਜਾਂ ਉਸ ਚੀਜ਼ ਨੂੰ ਆਪਣੇ ਅੰਦਰ ਵਸਾਉਣ ਦੇ ਵਿੱਚ। ਅਸੀਂ ਗੱਲ ਸੁਣ ਲੈਂਦੇ ਹਾਂ, ਪਰ ਜਦ ਤੱਕ ਅਸੀਂ ਉਹਦੇ ਉੱਤੇ ਐਕਟ ਨਹੀਂ ਕਰਦੇ, ਸਾਡੇ ਪੇਰੈਂਟਸ ਜਿਹੜੇ ਨੇ ਜਾਂ ਸਾਡੇ ਟੀਚਰਸ ਜਿਹੜੇ ਨੇ ਉਹ ਸਾਨੂੰ ਬਾਰ-ਬਾਰ ਕਹਿੰਦੇ ਨੇ ਵੀ ਤੂੰ ਮੇਰੀ ਗੱਲ ਨਹੀਂ ਸੁਣ ਰਿਹਾ, ਔਰ ਸਾਡੇ ਮਨ 'ਚ ਇਹ ਗੱਲ ਆਉਂਦੀ ਵੀ ਗੱਲ ਤੇ ਮੈਂ ਸੁਣ ਰਿਹਾ, ਕਿੰਨੀ ਵਾਰੀ ਤੇ ਤੁਸੀਂ ਕਹਿ ਹਟੇ ਹੋ, ਰਾਈਟ, ਬਟ ਆਈ ਐਮ ਨਾਟ ਐਕਟਿੰਗ ਔਨ ਇਟ। ਜਦ ਤੱਕ ਮੈਂ ਉਸ ਤੇ ਐਕਟ ਨਹੀਂ ਕਰਾਂਗਾ ਤਦ ਤੱਕ ਉਸ ਸੁਣੇ ਦਾ ਕੋਈ ਫਾਇਦਾ ਨਹੀਂ ਹੈ, ਰਾਈਟ। ਗੁਰੂ ਸਾਹਿਬ ਕਹਿੰਦੇ ਨਾ, ਜਿਤ ਚਿਰ ਗੁਰਮੁਖ ਸ਼ਬਦ ਨਾ ਲਾਗੇ, ਉਹ ਸ਼ਬਦ ਦੇ ਨਾਲ ਅਟੈਚ ਨਹੀਂ ਹੋ ਰਿਹਾ, ਉਸ ਦੇ ਜਿਹੜਾ ਮੀਨਿੰਗ ਹੈ, ਉਸ ਦੀ ਜਿਹੜੀ ਐਸੈਂਸ ਹੈ ਉਸ ਦੇ ਨਾਲ ਅਟੈਚ ਨਹੀਂ ਹੋ ਰਿਹਾ। ਔਰ ਇਸੇ ਲਈ ਗੁਰੂ ਸਾਹਿਬ ਸਾਨੂੰ ਇਹ ਕਹਿੰਦੇ ਨੇ ਜਪਜੀ ਸਾਹਿਬ ਦੇ ਵਿੱਚ, ਸੁਣੀਏ ਮੰਨੀਏ ਮਨ ਕੀਤਾ ਪਾਓ। ਸੁਣਿਆ ਮੰਨਿਆ ਮਨ ਕੀਤਾ ਪਾਓ। ਸੁਣੋ, ਉਸ ਨੂੰ ਮੰਨੋ, ਫਿਰ ਉਸ ਨੂੰ ਆਪਣੇ ਅੰਦਰ ਵਸਾਓ, ਇੰਬਾਈਬ ਕਰੋ ਉਸ ਦਾ ਜਿਹੜਾ ਭਾਵ ਹੈ। ਔਰ ਉਹ ਸੁਣਨਾ ਹੈ, ਉਹ ਉਸ ਤੋਂ ਇੱਕ ਸਟੈਪ ਅੱਗੇ ਜਾ ਕੇ ਉਸ ਦੀ ਜਿਹੜੀ ਐਸੈਂਸ ਹੈ, ਉਸ ਦਾ ਜਿਹੜਾ ਮੀਨਿੰਗ ਹੈ, ਉਸ ਨੂੰ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਦੇ ਨਾਲ ਕੀ ਹੁੰਦਾ ਹੈ, ਅੰਤਰਗਤ ਤੀਰਥ ਮਲ ਨਾਓ। ਇੱਕ ਸਾਡੀ ਇੰਟਰਨਲ ਕਲੈਂਜ਼ਿੰਗ ਉਸ ਦੇ ਨਾਲ ਹੁੰਦੀ ਹੈ, ਜਿਸ ਵੇਲੇ ਕਿ ਜੋ ਅਸੀਂ ਸੁਣ ਰਹੇ ਹਾਂ ਉਸ ਨੂੰ ਅਸੀਂ ਆਪਣੇ ਅੰਦਰ ਟਰੂਲੀ ਇੰਬਾਈਬ ਕਰਕੇ ਉਸ ਦੇ ਉੱਤੇ ਐਕਟ ਕਰਦੇ ਹਾਂ, ਉਸ ਨੂੰ ਫੋਲੋ ਕਰਦੇ ਹਾਂ। So this to me is the difference between literal learning, ਇੱਕ ਉਸ ਦੀ ਜਿਹੜੀ transliteration ਹੈ, ਔਰ ਉਸ ਦਾ ਜਿਹੜਾ ਇੱਕ true essence ਹੈ, ਉਸ ਨੂੰ ਸਮਝਣਾ ਕਿਉਂ ਜ਼ਰੂਰੀ ਹੈ। ਔਰ ਇਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਸਾਨੂੰ ਕਿਹਾ, ਕਿਉਂਕਿ ਜਿਸ ਵੇਲੇ ਅਸੀਂ ਕਿਸੇ ਚੀਜ਼ ਗੁਰੂ ਵੱਲ ਤੁਰਦੇ ਹਾਂ, ਭਾਈ ਗੁਰਦਾਸ ਜੀ ਨੇ ਸਾਨੂੰ ਇਹ ਸ਼ਬਦ ਜਿਹੜਾ ਹੈ ਉਹਨਾਂ ਦਾ ਬਹੁਤ ਸੋਹਣਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਿਸ ਵੇਲੇ ਅਸੀਂ ਆਪਣੀ ਜਰਨੀ ਜਿਹੜੀ ਹੈ ਗੁਰੂ ਵੱਲ ਸ਼ੁਰੂ ਕਰਦੇ ਹਾਂ,
ਉਸ ਦੀ ਬਾਣੀ ਨੂੰ ਸੁਣਦੇ ਹਾਂ, ਉਸ ਨੂੰ ਸਮਝਦੇ ਹਾਂ, ਉਸ ਨੂੰ ਆਪਣੇ ਲਾਈਫ ਦੇ ਵਿੱਚ ਇੰਬਾਈਬ ਕਰਨ ਦੀ, ਐਕਟ ਕਰਨ ਦੀ, ਉਹ ਵਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜਿਹੜਾ ਸਾਡਾ ਇੱਕ ਹੰਬਲ ਐਫਰਟ ਹੁੰਦੀ ਹੈ ਟੁਵਰਡਸ ਦੀ ਗੁਰੂ, the guru reciprocates that, and he reciprocates that by taking millions of steps towards us। ਅਸੀਂ ਇੱਕ ਕਦਮ ਗੁਰੂ ਵੱਲ ਚੁੱਕਦੇ ਹਾਂ, ਉਹ ਸਾਡੇ ਵੱਲ ਹਜ਼ਾਰਾਂ ਕਦਮ ਚੁੱਕ ਕੇ ਸਾਡਾ ਅੰਗ ਸੰਗ ਸਹਾਈ ਹੁੰਦਾ ਹੈ, ਰਾਈਟ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਕਰੀਏ। ਹੁਣ ਗੱਲ ਆ ਜਾਂਦੀ ਹੈ ਵੀ ਅਸੀਂ ਇਹ ਸਾਰਾ ਕੁਝ ਜੋ ਕਰ ਰਹੇ ਹਾਂ, ਹੁਕਮ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਰੇ ਦਾ ਮਕਸਦ ਕੀ ਹੈ? ਵਾਈ ਆਰ ਵੀ ਟਰਾਈਂਗ ਟੂ ਡੂ ਇਟ? ਔਰ ਉਸ ਦਾ ਵੀ ਗੁਰੂ ਸਾਹਿਬ ਜਿਹੜੇ ਨੇ ਉਹ ਸਾਨੂੰ ਜਵਾਬ ਦਿੰਦੇ ਨੇ ਕਿ ਜਿਹੜੇ ਸਾਡੇ ਐਕਸ਼ਨਸ ਨੇ ਔਨ ਅ ਡੇਲੀ ਬੇਸਿਸ, ਸਾਡਾ ਦੁਨੀਆ ਦੇ ਉੱਤੇ ਆਉਣ ਦਾ ਜੋ ਅਸੀਂ ਅਕਸਰ ਪੜ੍ਹੀਦਾ ਕਿ ਮਕਸਦ ਸੀ, ਉਹ ਮਕਸਦ ਬੜਾ ਡਿਫਰੈਂਟ ਸੀਗਾ। ਬਟ ਅਸੀਂ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਇੰਨੇ ਕੁ ਜ਼ਿਆਦਾ ਲੋਸਟ ਹੋ ਗਏ ਹਾਂ ਕਿ our thought, our journey has been corrupted। ਔਰ ਗੁਰੂ ਸਾਹਿਬ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉਸ ਵਾਸਤੇ ਵੀ ਉਹ ਇੱਕ ਹੰਬਲ ਸਬਮਿਸ਼ਨ ਜਿਹੜੀ ਹੈ ਉਸ ਪਰਮਾਤਮਾ ਦੇ ਕੋਲ ਕਰ ਰਹੇ ਨੇ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਸਾਨੂੰ ਗਾਈਡ ਕਰ। we have been corrupted, right? and because of that corruption we have been separated from you। ਅਸੀਂ ਉਸ ਪਰਮਾਤਮਾ ਤੋਂ ਵਿਛੜ ਗਏ ਹਾਂ। ਸੋ ਇਸ ਲਈ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਜਿਹੜੀ ਹੈ ਉਸ ਨੂੰ ਪੜ੍ਹੀਏ, ਉਸ ਨੂੰ ਸਮਝੀਏ ਔਰ ਕਿਸੇ ਲਰਨਰਡ ਸਕਾਲਰ ਦੇ ਕੋਲੋਂ ਉਸ ਦੇ ਜਿਹੜੇ ਮੀਨਿੰਗਸ ਨੇ ਉਹਨਾਂ ਨੂੰ ਅਸੀਂ ਸਮਝੀਏ, ਤਾਂ ਕਿ ਸਾਨੂੰ ਉਸ ਦੀ ਜਿਹੜੀ ਟਰੂ ਐਸੈਂਸ ਹੈ ਉਹ ਸਮਝ ਆ ਸਕੇ, ਤਾਂ ਕਿ ਇਵੈਂਚੁਅਲੀ ਅਸੀਂ ਆਪਣੀ ਜਰਨੀ ਦੇ ਉੱਤੇ ਉਸ ਪਰਮਾਤਮਾ ਤੋਂ ਜਿਸ ਤੋਂ ਵਿਛੜ ਗਏ ਹਾਂ, ਆਪਣੇ ਕ੍ਰੀਏਟਰ ਤੋਂ, ਉਸ ਨੂੰ ਸਮਝ ਸਕੀਏ, ਉਸ ਦੇ ਨਾਲ ਇੱਕ ਹੋ ਸਕੀਏ। ਦੈਟ ਸ਼ੁੱਡ ਬੀ ਦ ਜਰਨੀ ਆਫ ਅ ਟਰੂ ਸਿੱਖ। ਹੁਣ ਗੱਲ ਆ ਜਾਂਦੀ ਹੈ ਵੀ ਇੱਕ ਸਿੱਖ ਜਿਹੜਾ ਹੈ ਉਸ ਨੂੰ ਜਿਸ ਵੇਲੇ ਤੁਸੀਂ ਕੋਈ ਚੀਜ਼ ਪੜ੍ਹਾਉਂਦੇ ਹੋ, ਪਹਿਲੇ ਵੀ ਇੱਕ ਦੋ ਵਾਰੀ ਇਸ ਦਾ ਜ਼ਿਕਰ ਹੋਇਆ, ਇੱਕ ਉਸੇ ਚੀਜ਼ ਦਾ ਇੱਕ ਹੋਰ ਆਸਪੈਕਟ ਹੈ ਕਿ ਉਹ ਕਿਉਂ ਇੰਪੋਰਟੈਂਟ ਹੈ। ਔਰ ਅਗੇਨ ਭਾਈ ਗੁਰਦਾਸ ਜੀ ਜਿਹੜੇ ਨੇ ਉਹ ਸਾਨੂੰ ਗਾਈਡੈਂਸ ਦਿੰਦੇ ਨੇ ਔਰ ਉਹ ਕਹਿੰਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸੋ ਜਿਹੜਾ ਇੱਕ ਕਿਸੇ ਵੀ ਗੁਰਸਿੱਖ ਨੂੰ, ਕਿਸੇ ਵੀ ਇੱਕ ਸਿੱਖ ਨੂੰ ਗੁਰਬਾਣੀ ਸਿਖਾਣੀ, ਭਾਵੇਂ ਉਹ 35 ਅੱਖਰੀ ਹੈ ਜਾਂ ਉਸ ਤੋਂ ਅੱਗੇ ਚੱਲਣਾ ਹੈ, ਉਸ ਨੂੰ ਬਾਣੀ ਦੀ ਸੰਥਿਆ ਦੇਣੀ ਹੈ ਜਾਂ ਉਸ ਦੀ ਪ੍ਰੋਪਰ ਇੱਕ ਵਿਆਖਿਆ ਕਰਨੀ ਹੈ, ਉਹ ਬਹੁਤ ਜ਼ਰੂਰੀ ਹੈ। ਔਰ ਗੁਰੂ ਦੇ ਘਰ ਦੇ ਵਿੱਚ ਉਸ ਦੀ ਇੱਕ ਬਹੁਤ ਹੀ ਸੁਪਰੀਮ ਪ੍ਰਵਾਨਗੀ ਹੈ। ਗੁਰੂ ਸਾਹਿਬ ਉਸ ਨੂੰ ਬਹੁਤ ਹੀ ਜ਼ਿਆਦਾ ਵੱਡੀ ਮਹਾਨਤਾ ਦਿੰਦੇ ਹਨ। ਹੁਣ ਇਹ ਚੀਜ਼ ਜਿਹੜੀ ਹੈ ਉਹ ਕਿਉਂ ਇੰਪੋਰਟੈਂਟ ਹੈ, ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਆਪਾਂ ਪਹਿਲੇ ਵੀ ਇਸ ਬਾਰੇ ਜ਼ਿਕਰ ਕੀਤਾ ਹੈ ਔਰ ਇਹ ਜਿਹੜਾ ਸ਼ਬਦ ਸੀ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਆਪਾਂ ਇਸ ਬਾਰੇ ਪਹਿਲੇ ਵੀ ਇਹ ਗੱਲ ਕੀਤੀ ਕਿ ਵੀ ਜੋ ਅਸੀਂ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਲਰਨਡ ਸਕਾਲਰ ਤੋਂ, ਜਾਂ ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਬਾਣੀ ਜਿਹੜੀ ਹੈ ਉਸ ਦਾ ਮਤਲਬ ਜਿਹੜਾ ਹੈ ਉਹ ਸਮਝਣ ਦੀ ਜ਼ਰੂਰਤ ਹੈ, ਉਹ ਕਿਉਂ ਜ਼ਰੂਰੀ ਹੈ, ਰਾਈਟ। ਅਸੀਂ ਇਹ ਦੇਖਿਆ ਕਿ ਕ੍ਰੀਏਟਰ ਜਿਹੜਾ ਹੈ ਉਸ ਦੀ ਜਿਹੜੀ ਨੌਲੇਜ ਹੈ ਉਹ ਜਾਂ ਤਾਂ ਉਸ ਨੂੰ ਪਤਾ ਹੈ ਜਾਂ ਉਸ ਨੂੰ ਪਤਾ ਹੈ ਜਿਹੜੀ ਕਿ ਸਪਿਰਿਚੁਅਲ ਜਰਨੀ ਓਨੀ ਉੱਚੀ ਹੈ, ਉਸ ਲੈਵਲ ਤੱਕ ਉਹ ਪਹੁੰਚ ਗਿਆ ਹੈ ਕਿ ਕਰਤੇ ਦੀ ਜਿਹੜੀ ਕ੍ਰੀਏਸ਼ਨ ਹੈ ਉਸ ਕ੍ਰੀਏਸ਼ਨ ਦਾ ਉਹ ਪਰਪਸ ਸਮਝ ਪਾ ਰਿਹਾ ਹੈ। ਔਰ ਅਸੀਂ ਇਹ ਵੀ ਦੇਖਿਆ ਕਿ ਬਾਣੀ ਜਿਹੜੀ ਹੈ ਉਸ ਦੇ ਵਿੱਚ ਇੰਨੀ ਵਾਸਟ ਅਥਾਹ ਨੌਲੇਜ ਹੈ ਕਿ ਗੁਰੂ ਸਾਹਿਬ ਉਸ ਦੇ ਵਿੱਚ ਉਹ ਜਿਹੜੀ ਤੁਰਕੀ ਬਾਣੀ ਹੈ ਉਸ ਦੇ ਰਾਹੀਂ ਉਹ ਸਾਨੂੰ ਉਸ ਕਰਤੇ ਦੀ ਨੌਲੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਉਸ ਦੀ ਕ੍ਰੀਏਸ਼ਨ ਦੀ ਨੌਲੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਕਿਉਂ ਜ਼ਰੂਰੀ ਹੈ? ਅਸੀਂ ਹਰ ਰੋਜ਼ ਪਾਠ ਕਰਦੇ ਹਾਂ, ਉਸ ਦੇ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਇਹ ਅੰਮ੍ਰਿਤ ਜਿਹੜਾ ਹੈ ਉਸ ਨੂੰ ਇਨਸਾਨ ਵੀ ਲੱਭ ਰਿਹਾ, ਦੇਵਤੇ ਵੀ ਲੱਭ ਰਹੇ ਨੇ, ਉਸ ਨੂੰ ਜਿਹੜੇ ਡੀਮਨਸ ਨੇ, ਰਾਖਸ਼ਸ ਨੇ, ਉਹ ਵੀ ਲੱਭ ਰਹੇ ਨੇ। ਇਹ ਅੰਮ੍ਰਿਤ ਹੈ ਕੀ ਚੀਜ਼? ਉਹ ਅੰਮ੍ਰਿਤ ਜਿਹੜਾ ਹੈ
एंड आई एम अगेन सेइंग इट विद ऑल ह्यूमिलिटी, मेरी जो समझ है वो अमृत है गुरु दी, उस परमात्मा दी ट्रू नॉलेज जिहड़ी है, उस दी जिहड़ी क्रिएशन है, उस दी जिहड़ी नॉलेज है, वो एक अमृत है जिहड़ी कि सानू उस बारे, इस यूनीवर्स बारे, उस दी क्रिएशन बारे सानू दसदा है और सानू हेल्प करदा है टू बी वन विद द क्रिएटर। वो अमृत जड़ा है वो सब लभ रहे ने। कई धर्म जड़े ने इस गल 'च बिलीव करते हैं भी वो कोई टेंजिबल चीज़ है, राइट, जिन्हों असी रिड़क लिया है, हुण असी उन्होंने सेव कर लिया, असी उन्होंने डीमनस नूं नहीं देना, यू नो, दिस ऑल दोज थिंग्स दैट वी लिसन टू एवरी डे। बट गुरु साहब कहते ने भी वो अमृत जड़ा है वो गुरु ते पाया जाता है। क्यों? क्योंकि वो एक नॉलेज है उस इटरनल क्रिएशन दी, उस इटरनल क्रिएटर दी, जो सानू साडा गुरु दे रहा है, वो लर्नड स्कॉलर जड़ा है वो दे रहा है, जड़ा सानू प्रॉपर नॉलेज जड़ी है वो बाणी दी देगा। सो दैट्स वाई इट्स वेरी इंपॉर्टेंट कि असी गुरबाणी जड़ी है उसनू प्रॉपरली पढ़ीए, उसनू समझिए, उसनू सीखिए और किसी ऐसे को सीखिए जड़ा सानू उसकी एक ट्रू मीनिंग जड़ा है वो सानू दस सके, उसके एसेंस दस सके, सो दैट असी अपनी जड़ी जर्नी है उस दे विच उस क्रिएटर दे नाल कनैक्ट हो सकीए। पर यह जड़ी चीज़ है, ये जड़ी एक डिस्कोर्स है जिस दे विच के एक जड़ा अपनी जर्नी दे विच साडे नालों किते ज़्यादा अगे है, वो साडे वर्गे, मेरे वर्गे जड़े उस जर्नी ते अजे तुरे जा रहे हैं उन्हां नूं गाइड करन दी कोशिश करता है। ये जड़ा डिस्कोर्स है उन्हां दोवां दे विचकार इसलिए इंपॉर्टेंट है क्योंकि गुरु साहब कहते हैं, गुरु नानक देव जी महाराज कहते हैं कि गुर की सेवा शब्द विचार, असली सेवा गुरु की जड़ी है वो डिस्कोर्स शब्द दे उत्ते और उस शब्द की डिस्कशन उस दे उत्ते जड़ा रिफ्लैक्ट करना है, उसका जड़ा विचार है वो असल दे विच गुरु की सेवा है, उस परमात्मा की सेवा है। और गुरु साहब तो इत्थे तक कहते हैं कि भी मैं जेड़ा बंदा शब्द जड़ा है उस दे उत्ते विचार कर रहा है उसनू आई एम अ सैक्रिफाइस टू दैट सेवक, जेड़ा कि उसनू याद कर रहा है, उसनू दोहरा रहा है, उस दे उत्ते विचार कर रहा है और उस विचार दे नाल उस दे विच एक ऐसी ह्यूमिलिटी आ रही है कि वो उस क्रिएटर दे सामने अपने आप नू कंप्लीटली सरेंडर कर रहा है। गुरु साहब कहते आई एम अ सैक्रिफाइस टू दैट इंडिविजुअल, टू दैट गुरसिख, जेड़ा कि अपने आप नू कंप्लीटली सरेंडर कर रहा है। और वो सरेंडर कित्थों आंदा है? व्हेन वी लर्न what Gurbani says to us in its very, very true meaning. So we will wrap up here और एक बार फिर जस्ट इनू ਆਪਾਂ ਰੀਕੈਪ ਕਰੀਏ ਵੀ ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ ਉਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਕੋਈ ਇੱਕ ਡਿਸਪਲਿਨ ਆਪਣੀ ਲਾਈਫ ਦੇ ਵਿੱਚ ਫੋਲੋ ਕਰਨ ਦਾ ਹੁਕਮ ਕੀਤਾ ਹੈ ਔਰ ਉਸ ਡਿਸਪਲਿਨ ਦੇ ਵਿੱਚ ਕਈ ਚੀਜ਼ਾਂ ਨੇ ਜਿਨ੍ਹਾਂ ਦਾ ਜ਼ਿਕਰ ਕਰਦੇ ਨੇ। 52 ਹੁਕਮ ਨੇ, 52 we can think of presentations and lectures where we'll get a chance to discuss those things। और ਉਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਸਿਰਫ ਸਾਨੂੰ ਇੱਕ ਸਿੰਪਲ ਚੀਜ਼ ਜਿਹੜੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੀ ਲਾਈਫ ਕਿਸ ਤਰ੍ਹਾਂ ਬਿਤਾ ਸਕਦੇ ਹਾਂ। ਇਟਸ ਅ ਸਟਰਗਲ, ਮੇਰੇ ਵਰਗਾ ਬੰਦਾ ਹਰ ਰੋਜ਼ ਸਟਰਗਲ ਕਰਦਾ ਹੈ, ਭਾਵੇਂ ਉਹ ਸਟਰਗਲ ਜਿਹੜੀ ਹੈ ਉਹ ਕਿਸੇ ਵੀ ਚੀਜ਼ ਦੇ ਨਾਲ ਸਾਡੀ ਸਟਰਗਲ ਹੋ ਸਕਦੀ ਹੈ, ਪਰ ਗੁਰੂ ਸਾਹਿਬ ਸਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਉਹ ਜਿਹੜੀ ਸਟਰਗਲ ਹੈ, ਉਹ ਜਿਹੜਾ ਕੌਨਫਲਿਕਟ ਹੈ, ਉਸ ਨੂੰ ਅਸੀਂ ਕਿਸ ਤਰ੍ਹਾਂ ਓਵਰਕਮ ਕਰ ਸਕਦੇ ਹਾਂ ਔਰ ਮਨਮੁਖ ਤੋਂ ਗੁਰਮੁਖ ਬਣ ਸਕਦੇ ਹਾਂ। ਔਰ ਉਸ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਦਿੱਤੀ ਹੋਈ ਬਾਣੀ ਹੈ, ਜੋ ਉਹਨਾਂ ਦੀ ਬਲੈਸਿੰਗ ਹੈ, ਉਸ ਬਲੈਸਿੰਗ ਨੂੰ ਜਿਹੜੀ ਧੁਰ ਕੀ ਬਾਣੀ ਹੈ, ਜਿਹੜੀ ਇੱਕ ਇਟਰਨਲ ਨੌਲੇਜ ਹੈ ਜੋ ਕ੍ਰੀਏਟਰ ਤੋਂ ਉਹਨਾਂ ਨੂੰ ਆਈ ਹੈ, ਉਸ ਤੋਂ ਅਸੀਂ ਕਿਸ ਤਰ੍ਹਾਂ ਬੈਨੀਫਿਟ ਕਰ ਸਕਦੇ ਹਾਂ ਔਰ ਆਪਣੀ ਲਾਈਫ, ਆਪਣੇ ਅੰਦਰ ਜਿਹੜਾ ਕੌਨਫਲਿਕਟ ਹੈ ਉਸ ਨੂੰ ਖਤਮ ਕਰ ਸਕਦੇ ਹਾਂ। ਐਂਡ ਇਟਸ ਵੈਰੀ ਇੰਪੋਰਟੈਂਟ ਫॉर ਅਸ ਕਿ ਅਸੀਂ ਉਸ ਬਾਣੀ ਨੂੰ ਪ੍ਰੋਪਰਲੀ ਪੜ੍ਹੀਏ, ਪ੍ਰੋਪਰਲੀ ਸਮਝੀਏ ਔਰ ਕਿਸੇ ਐਸੇ ਤੋਂ ਸੂਝਵਾਨ ਤੋਂ ਸਮਝੀਏ
ਐਸੇ ਗੁਰਮੁਖ ਤੋਂ ਗੁਰਸਿੱਖ ਤੋਂ ਸਿੱਖੀਏ ਜਿਸ ਨੂੰ ਕਿ ਖੁਦ ਉਸ ਦੀ ਸੁਪਰੀਮ ਨੌਲੇਜ ਹੋਵੇ, ਜਿਹੜਾ ਕਿ ਉਸ ਦੇ ਵਿੱਚ ਕਿਸੇ ਵੀ ਸਟੇਜ ਦੇ ਉੱਤੇ ਆਪਣਾ ਬਾਇਸ ਇੰਟਰੋਡਿਊਸ ਨਾ ਕਰੇ। ਆਪਾਂ ਨੂੰ ਪਤਾ ਹੈ ਕਿ ਗੁਰੂ ਘਰ ਦੇ ਵਿੱਚ ਅਸੀਂ ਖੁਦ ਦੇਖਿਆ ਕਿ ਗੁਰੂ ਸਾਹਿਬ ਦੇ ਜਿਹੜੇ ਬੇਟੇ ਸਨ, ਜਿਨ੍ਹਾਂ ਨੇ ਕਿ ਬਾਣੀ ਦੇ ਲਫ਼ਜ਼ਾਂ ਦੀ ਹੇਰ-ਫੇਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਸਿਰਫ ਗੁਰਗੱਦੀ ਤੋਂ ਹੀ ਨਹੀਂ, ਗੁਰੂ ਘਰ ਤੋਂ ਹੀ ਨਹੀਂ, ਉਹਨਾਂ ਨੂੰ ਗੁਰਪੰਥ ਤੋਂ, ਸਿੱਖ ਪੰਥ ਤੋਂ ਵੀ ਉਹਨਾਂ ਨੂੰ ਛੇਕਤਾ ਸੀਗਾ। ਕਿਉਂਕਿ ਇੱਕ ਇਟਰਨਲ ਨੌਲੇਜ ਹੈ ਜਿਹੜੀ ਪਰਮਾਤਮਾ ਤੋਂ ਆਈ ਹੈ, ਔਰ ਉਸ ਨੂੰ ਪ੍ਰੋਪਰਲੀ ਸਮਝਣਾ, ਪੜ੍ਹਨਾ, ਉਸ ਦੇ ਵਿੱਚ ਇੱਕ ਵੀ ਲਫ਼ਜ਼ ਦਾ ਹੇਰ-ਫੇਰ ਜਿਹੜਾ ਉਹ ਅਲਾਉਡ ਨਹੀਂ ਹੈ, ਬਿਕੋਜ਼ that will corrupt the entire meaning of that whole thing ਜੋ ਕਹੀ ਜਾ ਰਹੀ ਹੈ। ਸੋ ਅਸੀਂ ਉਸ ਨੂੰ ਪ੍ਰੋਪਰਲੀ ਸਮਝ ਕੇ ਜਿਸ ਵੇਲੇ ਪੜ੍ਹਦੇ ਹਾਂ, ਔਰ ਕਿਸੇ ਐਸੇ ਬੰਦੇ ਕੋਲੋਂ ਜਿਹੜਾ ਆਪਣਾ ਉਸ ਦੇ ਵਿੱਚ ਇੱਕ ਬਾਇਸ ਨਹੀਂ ਲੈ ਕੇ ਆਉਂਦਾ, ਤੇ ਫਿਰ ਉਸ ਦੇ ਵਿੱਚ ਸਾਡਾ ਆਪਣਾ ਵੀ ਜਿਹੜਾ ਹੈ ਇੱਕ ਭਲਾ ਹੁੰਦਾ ਹੈ। ਸੋ ਇਹ ਇੱਕ ਬੜੀ ਹੰਬਲ ਮੈਂ ਜੋ ਗੁਰੂ ਸਾਹਿਬ ਦਾ ਹੁਕਮ ਹੈ ਉਸ ਨੂੰ ਸਮਝ ਸਕਿਆ, ਉਸ ਦੇ ਉੱਤੇ ਮੈਂ ਆਪਣੇ ਵਿਚਾਰ ਜਿਹੜੇ ਨੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰਕੇ ਤੇ ਜੋ ਵੀ ਤੁਹਾਡੇ ਕਮੈਂਟਸ ਜਾਂ ਸੁਜੈਸ਼ਨਸ ਨੇ ਇਸ ਬਾਰੇ ਉਹ ਤੁਸੀਂ ਜ਼ਰੂਰ ਦਿਓ, ਤਾਂ ਕਿ ਅਸੀਂ ਆਪਣੀ ਜਿਹੜੀ ਜਰਨੀ ਹੈ ਇਸ ਦੇ ਵਿੱਚ ਜਿਹੜੀ ਆਪਣੀ ਉਸ ਨੂੰ ਹੋਰ ਜ਼ਿਆਦਾ ਐਨਹਾਂਸ ਕਰ ਸਕੀਏ। ਮੈਂ ਰੇਜ਼ ਹੈਂਡ ਕਰਨ ਲੱਗਾ ਤੇ ਪ੍ਰਮਾਤਮਾ ਮਿਹਰ ਕਰੇ, ਅੰਗ ਸੰਗ ਸਹਾਈ ਹੋਵੇ, ਸਾਨੂੰ ਹੋਰ ਵੀ ਜ਼ਿਆਦਾ ਗੁਰੂ ਘਰ ਦੇ ਨਾਲ ਜੋੜ ਕੇ ਰੱਖੇ, ਸਾਨੂੰ ਸੋਝੀ ਬਖਸ਼ੇ। ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ, ਸਾਰੀਆਂ ਗਲਤੀਆਂ ਮੇਰੀਆਂ ਨੇ। ਮੈਂ ਆਪਣੇ ਹਿਸਾਬ ਦੇ ਨਾਲ ਜੋ ਜਿੰਨਾ ਕੁ ਸਮਝ ਸਕਿਆ ਉਸ ਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਹੈ, ਤੇ ਬਟ ਆਈ ਵਿਲ ਐਪਰੀਸ਼ੀਏਟ ਕਿ ਜੇ ਤੁਸੀਂ ਸਾਰੇ ਉਸ ਚੀਜ਼ ਦੇ ਵਿੱਚ ਕੰਟਰੀਬਿਊਟ ਕਰੋ ਔਰ ਅਸੀਂ ਇਸ ਚੀਜ਼ ਨੂੰ ਅੱਗੇ, ਇਸ ਲੜੀ ਨੂੰ ਹੋਰ ਚਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।